ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹੋਪ ਤੁਸੀਂ ਸਾਰੇ ਠੀਕ ਹੋ ਜੀ ਤੇ ਤੁਹਾਡੇ ਸਾਰਿਆਂ ਦਾ ਸਾਡੀ ਵਡਿਆਈ ਵਿਚਾਰ ਦੀ ਕਲਾਸ 'ਚ ਸਵਾਗਤ ਹੈ ਜੀ ਤੇ ਤੁਹਾਡਾ ਬਹੁਤ ਥੈਂਕ ਯੂ ਤੁਸੀਂ ਸਾਡੇ ਨਾਲ ਜੁੜੇ ਤੇ ਸਾਰਿਆਂ ਨੇ ਆਪਣੇ ਵਿਚਾਰ ਸ਼ੇਅਰ ਕਰਨੇ ਜੀ ਸਾਡੇ ਨਾਲ ਤੇ ਅਸੀਂ ਸ਼ੁਰੂਆਤ ਕਰਦੇ ਹਾਂ ਜੀ। ਫਿਰ ਅੱਜ ਸਾਨੂੰ ਜਾਪ ਤੇ ਦੋ ਕਰਾਉਣਗੇ ਜੀ ਕੁਲਵਿੰਦਰ ਅੰਕਲ ਜੋ ਜੁੜ ਚੁੱਕੇ ਨੇ ਤਾਂ ਪਲੀਜ਼ ਸਾਨੂੰ ਜਾਪ ਕਰਵਾਉਣ ਜੀ। ਹਾਂਜੀ, ਉਹਨਾਂ ਨੇ ਹਾਲੇ ਮੇਰੇ ਖਿਆਲ ਨਾਲ ਜੁਆਇਨ ਨਹੀਂ ਕੀਤਾ ਹੈ ਤੇ ਫਿਰ ਅਸੀਂ ਸਟਾਰਟ ਕਰ ਲੈਂਦੇ ਹਾਂ ਤੇ ਜਦੋਂ ਆਉਣਗੇ ਤਾਂ ਉਹ ਸ਼ਲੋਕ ਪੜ੍ਹ ਦੇਣਗੇ। ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਉਰਿੰਦਰ ਅੰਕਲ ਨੇ ਜੁਆਇਨ ਨਹੀਂ ਕੀਤਾ ਤੇ ਅਸੀਂ ਫਿਰ ਜਾਪ ਤੇ ਸ਼ਲੋਕ ਦੀ ਸੇਵਾ ਫਿਰ ਮੈਂ ਖੁਦ ਹੀ ਕਰ ਲੈਂਦੀ ਹਾਂ ਜੀ। ਸਹਿਜ ਦੀ ਸਕਰੀਨ ਸ਼ੇਅਰ ਕਰ ਦਿਓ। ਹਾਂਜੀ, ਥੈਂਕ ਯੂ ਜੀ। कबीर बैसनो हुआ ता क्या पया, माला मेली चार, बाहर कंचन बहरा, भीतर भरी पंगार। कबीर बैसनो हुआ ता क्या पया, माला मेली चार, बाहर कंचन बहरा, भीतर परी पंगार। कबीर रोड़ा होए रहो बाट का, तज मन का अभिमान, ऐसा कोई दास हो ताहे मिले भगवान। कबीर रोड़ा होए रहो बाट का, तज मन का अभिमान, ऐसा कोई दास होए ताहे मिले भगवान। 145 स्लो कर दो जी। पद अर्थ बेसनो तिलक माला चक्र आदक ला के बनया होया विष्णु दा भगत। माला मेली चार, चार माला पा लईयां। कंचन सोना, बाहर 12 वन्नी दा शुद्ध पीतर, अंदर मन विच पंगार लाख होठ। अर्थ हे कबीर प्रभु दा सिमरन छड्ड के निरा धन कमाण वाले बंदे उमर अजाई गवांदे हन, क्योंकि धन ਇੱਥੇ ਹੀ ਪਿਆ ਰਹਿੰਦਾ ਹੈ, ਪਰ ਨਿਰਭੇਖ ਨੂੰ ਹੀ ਭਗਤੀ ਮਾਰਗ ਸਮਝਣ ਵਾਲੇ ਵੀ ਕੁਝ ਨਹੀਂ ਖੱਟ ਰਹੀ। ਜੇ ਕਿਸੇ ਮਨੁੱਖ ਨੇ ਤਿਲਕ ਚੱਕਰ ਲਾ ਕੇ ਅਤੇ 4 ਮਾਲਾ ਪਾ ਕੇ ਆਪਣੇ ਆਪ ਨੂੰ ਵੈਸ਼ਨਵ ਭਗਤ ਅਖਵਾ ਲਿਆ, ਉਸਨੇ ਵੀ ਕੁਝ ਨਹੀਂ ਘਟਿਆ। ਇਸ ਧਾਰਮਿਕ ਭੇਖ ਦੇ ਕਾਰਨ ਬਾਹਰੋਂ ਵੇਖਣ ਨੂੰ ਭਾਵੇਂ ਸ਼ੁੱਧ ਸੋਨਾ ਦਿਸੇ, ਪਰ ਉਸ ਦੇ ਅੰਦਰ ਖੋਟ ਹੀ ਖੋਟ ਹੈ। ਨੋਟ ਚੌਂਕ ਆਦਿਕ ਕਈ ਗਹਿਣੇ ਲੋਕ ਅਜਿਹੇ ਬਣਵਾਉਂਦੇ ਹਨ, ਜਿਨ੍ਹਾਂ ਦੇ ਬਾਹਰ ਵਾਰ ਤਾਂ ਸ਼ੁੱਧ ਸੋਨੇ ਦੀ ਪ੍ਰਤੀ ਲੱਗੀ ਹੁੰਦੀ ਹੈ, ਪਰ ਉਸਦੇ ਅੰਦਰ ਲਾਖ ਭਰੀ ਜਾਂਦੀ ਹੈ। ਹਾਂਜੀ, ਪਹਿਲਾਂ ਅਸੀਂ 1/5 ਸ਼ਲੋਕ ਦੀ ਵਿਚਾਰ ਕਰ ਲੈਂਦੇ ਹਾਂ ਜੀ। ਜਿਹੜਾ ਇਹ ਸ਼ਲੋਕ ਹੈ, ਕਬੀਰ ਬੈਸਨੋ ਹੁਆ ਤਾਂ ਕਿਆ ਪਿਆ, ਮਾਲਾ ਮੇਲੀ ਚਾਰ, ਬਾਹਰ ਕੰਚਨ ਬਾਰਹਾ, ਪੀਤਰ ਭਰੀ ਪੰਗਾਰ। ਇਸ ਸ਼ਲੋਕ ਵਿੱਚ ਕਬੀਰ ਜੀ ਸਾਨੂੰ ਸਮਝਾ ਰਹੇ ਨੇ ਕਿ ਅਸੀਂ ਜਿਹੜੇ ਹੈਗੇ ਆ ਬਾਹਰੋਂ ਦੀ ਅਸੀਂ
ਜਿਵੇਂ ਦਿਖਾਵਾ ਤਾਂ ਅਸੀਂ ਕਰ ਰਹੇ ਹਾਂ ਕਿ ਅਸੀਂ ਸਾਧੂ ਹੈਗੇ ਹਾਂ, ਪਰ ਅਸੀਂ ਜਿਹੜੇ ਅੰਦਰੋਂ ਅਸੀਂ ਬਿਲਕੁਲ ਵੀ ਪੋਜ਼ਿਟਿਵ ਨਹੀਂ ਹੈਗੇ, ਅਸੀਂ ਬਿਲਕੁਲ ਵੀ ਸ਼ੁੱਧ ਨਹੀਂ ਹੈਗੇ, ਅਸੀਂ ਮਾਲਾਵਾਂ ਪਾ ਲੈਂਦੇ ਹਾਂ ਤੇ ਅਸੀਂ ਦਿਖਾਵਾ ਕਰਦੇ ਹਾਂ ਸਭ ਨੂੰ ਕਿ ਅਸੀਂ ਬਹੁਤ ਪਾਠ ਕਰਦੇ ਹਾਂ, ਮੈਂ ਬਹੁਤ ਪਾਠ ਕਰਦਾ, ਪਰ ਜਿਹੜੀ ਮਾਲਾ ਹੈਗੀ ਹੈ ਇਹ ਬਾਹਰੋਂ ਤਾਂ ਸੋਨੇ ਦੀ ਹੁੰਦੀ ਹੈ, ਬਾਹਰੋਂ ਤਾਂ ਖਰੀ ਦਿਖਦੀ ਹੈ, ਪਰ ਅੰਦਰੋਂ ਹੁੰਦੀ ਹੈ ਖੋਟੀ। ਉਵੇਂ ਹੀ ਸਾਡਾ ਮਨ ਹੈ ਕਿ ਅਸੀਂ ਬਾਹਰੋਂ ਸਭ ਨੂੰ ਦਿਖਾਉਂਦੇ ਤਾਂ ਹਾਂ ਕਿ ਅਸੀਂ ਬੜੇ ਸ਼ੁੱਧ ਹਾਂ, ਅਸੀਂ ਬੜੇ ਹੀ ਪਾਠ ਪੂਜਾ ਕਰਦੇ ਹਾਂ, ਪਰ ਅੰਦਰੋਂ ਜਿਹੜਾ ਸਾਡਾ ਮਨ ਵੀ ਖੋਟਾ ਹੀ ਹੁੰਦਾ ਹੈ। ਤੇ ਇਸ ਕਰਕੇ ਕਬੀਰ ਜੀ ਸਾਨੂੰ ਸਮਝਾ ਰਹੇ ਨੇ ਕਿ ਸਾਨੂੰ ਦਿਖਾਵਾ ਇਹੋ ਜਿਹੀ ਗੱਲਾਂ ਦਾ ਨਹੀਂ ਕਰਨਾ ਚਾਹੀਦਾ, ਸਾਨੂੰ ਕਿਸੇ ਚੀਜ਼ ਦਾ ਦਿਖਾਵਾ ਨਹੀਂ ਕਰਨਾ ਚਾਹੀਦਾ। ਤੇ ਮਾਲਾ ਮੂਲਾ ਜਿਹੜੀਆਂ ਇਹ ਪਾ ਕੇ ਕੋਈ ਸਾਧੂ ਨਹੀਂ ਬਣ ਸਕਦਾ। ਤੇ ਮੈਂ ਇੱਕ ਸਟੋਰੀ ਸ਼ੇਅਰ ਕਰਨਾ ਚਾਹੂੰਗੀ ਜੀ ਸਭ ਨਾਲ। ਤੇ ਇੱਕ ਵਾਰੀ ਇੱਕ ਸ਼ੌਪਕੀਪਰ ਹੁੰਦਾ ਹੈ ਤੇ ਉਹ ਆਪਣੇ ਜਿਵੇਂ ਦੁਕਾਨ ਤੇ ਬੈਠਾ ਹੁੰਦਾ ਹੈ ਤੇ ਆਪਣੇ ਕਾਊਂਟਰ 'ਚ ਪੈਸੇ ਗਿਣ ਰਿਹਾ ਹੁੰਦਾ ਹੈ, ਤੇ ਉੱਥੋਂ ਹੀ ਇੱਕ ਸਾਧੂ ਆਉਂਦਾ ਹੈ ਤੇ ਸਾਧੂ ਉਸਦੀ ਦੁਕਾਨ ਤੇ ਰੁਕ ਜਾਂਦਾ ਹੈ, ਤੇ ਸਾਧੂ ਬਿਲਕੁਲ ਹੀ ਉਸਦੇ ਕਾਊਂਟਰ ਸਾਹਮਣੇ ਉਹਦੇ ਅੱਗੇ ਆ ਕੇ ਖੜਾ ਹੋ ਜਾਂਦਾ ਹੈ। ਤੇ ਸਾਧੂ ਕਹਿੰਦਾ ਕਿ ਉਹ ਜਿਹੜਾ ਉਹ ਸ਼ੌਪਕੀਪਰ ਹੁੰਦਾ ਉਹ ਉਹਨੂੰ ਇਗਨੋਰ ਕਰ ਦਿੰਦਾ, ਜਿਹੜਾ ਸਾਧੂ ਹੁੰਦਾ ਉਹ ਸ਼ੌਪਕੀਪਰ ਜਿਹੜਾ ਹੁੰਦਾ ਉਹਨੂੰ ਦੇਖ ਕੇ ਇਗਨੋਰ ਕਰ ਦਿੰਦਾ ਤੇ ਉਹ ਆਪਣੇ ਪੈਸੇ ਹੀ ਗਿਣਦਾ ਰਹਿੰਦਾ। ਤਾਂ ਥੋੜੀ ਦੇਰ ਬਾਅਦ ਉਹ ਕਹਿੰਦਾ ਕਿ ਤੂੰ ਮੈਨੂੰ ਕੁਛ ਪੈਸੇ ਹੀ ਦੇ ਦੇ, ਕੁਛ ਖਾਣਾ ਹੀ ਦੇ ਦੇ ਤਾਂ ਕਿ ਮੈਂ ਖਾਣਾ ਖਰੀਦ ਲਾਂ, ਤੇ ਤੂੰ ਜਿਹੜਾ ਹੈਗਾ ਉਹ ਆਪਣੇ ਪੈਸੇ ਗਿਣਨ ਵਿੱਚ ਬਿਜ਼ੀ ਹੈਗਾ, ਤੇ ਇਹੋ ਜਿਹੀ ਕਿਹੜੀ ਤੈਨੂੰ ਐਮਰਜੈਂਸੀ ਹੈਗੀ ਹੈ ਕਿ ਤੂੰ ਮੈਨੂੰ ਨਹੀਂ ਰੋਟੀ ਖਵਾ ਸਕਦਾ, ਤੂੰ ਮੈਨੂੰ ਪੈਸੇ ਨਹੀਂ ਦੇ ਸਕਦਾ ਥੋੜੇ ਜਿਹੇ। ਤੇ ਉਹ ਕਹਿੰਦਾ ਹੈ ਕਿ ਤੇਰਾ ਜਿਹੜਾ ਬਿਜ਼ਨਸ ਹੈ ਉਹ ਹੈਗਾ ਤੂੰ ਗਲ 'ਚ ਮਾਲਾ ਪਾ ਕੇ, ਮਾਲਾ ਜਪ ਕੇ ਤੂੰ ਪੈਸੇ ਕਮਾ ਲੈਂਦਾ ਹੈਗਾ, ਤੇ ਮੇਰਾ ਜਿਹੜਾ ਬਿਜ਼ਨਸ ਹੈਗਾ ਮੈਨੂੰ ਕੰਮ ਕਰਨਾ ਪੈਂਦਾ। ਤੇ ਉਹ ਕਹਿੰਦਾ ਕਿ ਏਦਾਂ ਇਹ ਕੋਈ ਜਿਹੜਾ ਮੈਂ ਕਰਦਾ ਉਹ ਕੋਈ ਬਿਜ਼ਨਸ ਨਹੀਂ ਹੈਗਾ, ਪਰ ਜਿਹੜਾ ਤੂੰ ਕਰਦਾ ਉਹ ਬਿਜ਼ਨਸ ਹੈਗਾ। ਤੂੰ ਜਿਹੜੀ ਹੈ ਤੇਰਾ ਇੱਥੇ ਆਉਣ ਦਾ ਮੋਟਿਵ ਹੈਗਾ ਉਹ ਤੂੰ ਭੁੱਲਿਆ ਪਿਆ, ਤੂੰ ਸਿਰਫ ਪੈਸਿਆਂ ਦੇ ਪਿੱਛੇ ਪਿਆ ਹੋਇਆ, ਤੇ ਇਹ ਤੈਨੂੰ ਯਾਦ ਕਰਨ ਦੀ ਲੋੜ ਹੈ। ਤੇ ਉਵੇਂ ਹੀ ਤੇ ਫਿਰ ਇਸੇ ਸਟੋਰੀ ਤੋਂ ਸਾਨੂੰ ਪਤਾ ਲੱਗਦਾ ਕਿ ਜਿਹੜਾ ਇੱਕ ਆਦਮੀ ਹੈ ਉਹ ਪੈਸੇ ਤਾਂ ਕਮਾ ਹੀ ਸਕਦਾ ਹੈ, ਕਮਾ ਲੈਂਦਾ ਵੀ ਹੈ, ਤੇ ਪਰ ਜਿਹੜਾ ਸਾਧੂ ਹੁੰਦਾ ਹੈ ਉਹ ਜਿਹੜੀ ਆਪਣੀ ਮਾਲਾ ਨਾਲ ਨਾਮ ਜਪਦਾ ਹੈ ਤੇ ਆਪਣਾ ਮਨ ਜਿਹੜਾ ਹੈ ਪੋਜ਼ਿਟਿਵ ਪਾਸੇ ਲੈ ਕੇ ਜਾਂਦਾ ਹੈ, ਰੱਬ ਵਾਲੇ ਪਾਸੇ ਲੈ ਕੇ ਜਾਂਦਾ ਹੈ। ਤੇ ਉੱਥੇ ਹੀ ਅਗਰ ਜੇ ਅਸੀਂ ਵੀ ਐਵੇਂ ਜਪ ਰਹੇ ਹਾਂ ਤੇ ਜੇ ਸਾਡਾ ਮਨ ਭਟਕ ਨਹੀਂ ਰਿਹਾ ਗਲਤ ਕੰਮਾਂ ਵੱਲੋਂ ਤਾਂ ਠੀਕ ਹੈ, ਪਰ ਜੇ ਅਸੀਂ ਨਾਮ ਤਾਂ ਜਪ ਰਹੇ ਹਾਂ ਤਾਂ ਕਿ ਸਾਨੂੰ ਹੋਰ ਦੇਈ ਜਾਓ, ਤਾਂ ਕਿ ਅਸੀਂ ਪਰਮਾਤਮਾ ਨੂੰ ਕਹੀ ਜਾਈਏ ਕਿ ਮੈਨੂੰ ਹੋਰ ਦੇ, ਜਾਂ ਫਿਰ ਅਸੀਂ ਪੈਸੇ ਵਿੱਚ ਡੁੱਬੇ ਰਹੀਏ, ਤਾਂ ਜੇ ਅਸੀਂ ਨਾਮ ਜਪ ਰਹੇ ਹਾਂ ਫਿਰ ਉਹ ਨਾਮ ਜਪਣਾ ਇੱਕ ਬਿਜ਼ਨਸ ਹੈ, ਇੱਕ ਬਿਜ਼ਨਸ ਵਾਂਗੂ ਹੈ ਕਿ ਅਸੀਂ ਇਨ ਰਿਟਰਨ ਕੁਛ ਮੰਗ ਰਹੇ ਹਾਂ ਨਾ, ਤਾਂ ਉਵੇਂ ਹੀ ਜਿਹੜਾ ਸ਼ੌਪਕੀਪਰ ਹੈ ਉਹਨੂੰ ਹਮੇਸ਼ਾ ਉਹਨੂੰ ਸਿੰਪਲੀਸਿਟੀ 'ਚ ਰਹਿਣਾ ਚਾਹੀਦਾ ਸੀ, ਤੇ ਸਾਨੂੰ ਕਿਰਤ ਕਰਨੀ ਚਾਹੀਦੀ ਸੀ। ਤੇ ਇੱਕ ਫਰਮਾਨ ਵੀ ਹੈ ਜੀ, ਹਿਰਦੈ ਰਾਮ ਨਾ ਚੇਤਹੀ ਇਹ ਜਨਮੀ ਕਿਆ ਹੋਏ, ਕਿ ਜੇ ਅਸੀਂ ਰਾਮ ਨੂੰ ਨਹੀਂ ਚੇਤਾਂਗੇ, ਜੇ ਅਸੀਂ ਆਪਣੇ ਪਰਮਾਤਮਾ ਨੂੰ ਨਹੀਂ ਯਾਦ ਕਰਾਂਗੇ ਤਾਂ ਇਹ ਜਨਮ ਸਾਡਾ ਬਿਲਕੁਲ ਵੇਸਟ ਹੈਗਾ। ਤੇ ਆਈ ਰਿਕੁਐਸਟ ਜੀ ਸਾਰੇ ਆਪਣੇ ਵਿਚਾਰ ਸ਼ੇਅਰ ਕਰੋ ਜੀ ਪਲੀਜ਼, ਤੁਸੀਂ ਹੈਂਡ ਰੇਸ ਕਰਕੇ ਜਾਂ ਫਿਰ ਚੈਟ ਵਿੱਚ ਦੱਸ ਸਕਦੇ ਹੋ ਜੀ। ਹਾਂਜੀ, ਲਵਪ੍ਰੀਤ ਸਿੰਘ ਜੀ ਲਿਖ ਰਹੇ ਨੇ ਜੀ, ਅੰਦਰੋਂ ਝੂਠੇ ਪੈਜ ਬਾਹਰ ਦੁਨੀਆ ਅੰਦਰ ਫੈਲ, 68 ਤੀਰਥ ਜੇ ਨਾਵੇ ਉਤਰੇ ਨਹੀਂ ਮੈਲ। ਬਿਲਕੁਲ ਬਹੁਤ ਹੀ ਵਧੀਆ ਜੀ।
हाँ जी संगत जी, ਤੁਸੀਂ हैंड रेस करके दस सकते हो जी। ਅਸੀਂ फिर नेक्स्ट श्लोक पढ़ लेने हैं जी। कबीर रोड़ा होए बाट का, तज मन का अभिमान, ऐसा कोई दास होए, ताहे मिले भगवान। कबीर रोड़ा होए रो बाट का, तज मन का अभिमान, ऐसा कोई दास होए, ताहे मिले भगवान। कबीर रोड़ा हुआ ता क्या पया, पंथी को दुख दे, ऐसा तेरा दास है, ज्यों तरनी महके। कबीर रोड़ा हुआ ता क्या पया, पंथी को दुख दे, ऐसा तेरा दास है, ज्यों तरनी महके। कबीर खे हुई तो क्या पया, जो उड लागे अंग, हर जन ऐसा चाहिए, ज्यों पानी सरबंग। कबीर खे हुई तो क्या पया, जो उड लागे संग अंग, हर जन ऐसा चाहिए, जो पानी सरबंग। कबीर पानी हुआ ता क्या पया, सीरा ताता हुए, हर जन ऐसा चाहिए, जैसा हर की होए। कबीर पानी हुआ ता क्या पया, सीरा ताता हुए, हर जन ऐसा चाहिए, जैसा हर की। प्रभु दे नोट, प्रभु ਦੇ ਸਿਮਰਨ ਦੀ ਸਹਾਇਤਾ ਨਾਲ ਜੀਵਨ ਨੂੰ ਸਹਿਜੇ ਸਹਿਜੇ ਉੱਚਾ ਕਰਕੇ ਪਰਮਾਤਮਾ ਨਾਲ ਇਕਮਿਕ ਕਰਨ ਲਈ ਇਹਨਾਂ 4 ਸ਼ਲੋਕਾਂ ਵਿੱਚ ਕਬੀਰ ਜੀ ਰੋੜੇ, ਧੂੜ ਅਤੇ ਪਾਣੀ ਦਾ ਦ੍ਰਿਸ਼ਟਾਂਤ ਦੇ ਕੇ ਇਹਨਾਂ ਦੇ ਗੁਣ ਧਾਰਨ ਅਤੇ ਇਹਨਾਂ ਵਾਲੇ ਅਵਗੁਣ ਛੱਡਣ ਦਾ ਉਪਦੇਸ਼ ਕਰਦੇ ਹਨ। ਪਹੇ ਵਿੱਚ ਪਿਆ ਰੋੜਾ ਰਾਹੀਆਂ ਦੇ ਪੈਰਾਂ ਦੇ ਠੇਡੇ ਖਾਂਦਾ ਹੈ। ਇਸੇ ਤਰ੍ਹਾਂ ਮਨੁੱਖ ਨੇ ਦੂਜਿਆਂ ਵੱਲੋਂ ਆਏ ਕਲੇਸ਼ਾਂ ਤੇ ਕੁਬੋਲਾਂ ਨੂੰ ਸਹਾਰਨ ਦੀ ਆਦਤ ਪਕਾਣੀ ਹੈ। ਰੋੜਾ ਨੰਗੀ ਪੈਰੀ ਜਾਣ ਵਾਲੇ ਰਾਹੀ ਦੇ ਪੈਰਾਂ ਵਿੱਚ ਚੁਭਦਾ ਹੈ। ਭਗਤ ਨੇ ਕਿਸੇ ਗਰੀਬ ਨੂੰ ਵੀ ਕੋਈ ਚੋਗਵਾ ਬੋਲ ਨਹੀਂ ਬੋਲਣਾ। ਧੂੜ ਵਾਂਗ ਨਰਮ ਦਿਲ ਰਹਿਣਾ ਹੈ, ਪਰ ਧੂੜ ਮੁਸਾਫਰਾਂ ਉੱਤੇ ਪੈ ਕੇ ਉਹਨਾਂ ਨੂੰ ਗੰਦਾ ਕਰਦੀ ਹੈ। ਭਗਤ ਨੇ ਇਸ ਵਾਦੀ ਤੋਂ ਬਚਣਾ ਹੈ। ਕਿਸੇ ਦੇ ਏਬ ਨਹੀਂ ਫਰੋਲਣੇ। ਜਿਵੇਂ ਪਾਣੀ ਸਾਰੇ ਅੰਗਾਂ ਵਾਸਤੇ ਇੱਕ ਸਮਾਨ ਹੁੰਦਾ ਹੈ, ਸਭ ਸ਼ਕਲਾਂ ਤੇ ਭਾਂਡਿਆਂ ਨਾਲ ਵੀ
ਮੇਲ ਕਰ ਲੈਂਦਾ ਹੈ। ਭਗਤ ਨੇ ਚੰਗੇ ਮੰਦੇ ਸਭ ਨਾਲ ਪਿਆਰ ਕਰਨਾ ਹੈ, ਪਰ ਭਗਤ ਨੇ ਸਦਾ ਠੰਡੇ ਸੁਭਾਅ ਵਾਲਾ ਰਹਿਣਾ ਹੈ। ਇਤਨਾ ਇੱਕ ਰਸ ਇੱਕੇ ਪਰਮਾਤਮਾ ਤੇ ਇਸ ਵਿੱਚ ਕੋਈ ਵੀ ਇਸ ਵਿੱਚ ਕੋਈ ਵਿੱਚ ਨਾ ਰਹਿ ਜਾਏ। ਪਦ ਅਰਥ ਰੋੜ ਇੱਟ ਦਾ ਟੋਟਾ, ਬਾਟ ਰਸਤਾ ਪਹਿਆ, ਤਜ ਛੱਡ ਕੇ ਤਾਹੇ ਉਸੇ ਨੂੰ, ਪੰਥੀ ਰਾਹੀ ਮੁਸਾਫਿਰ, ਧਰਨੀ ਧਰਤੀ, ਖੇ ਮਿੱਟੀ ਬਰੀਕ ਮਿੱਟੀ ਧੂੜ, ਸਰਬੰਗ ਸਾਰੇ ਅੰਗਾਂ ਨਾਲ ਮੇਲ ਰੱਖਣ ਵਾਲਾ, ਸਿਅਰਾ ਸੀਤਲ ਠੰਡਾ। ਅਰਥ ਹੇ ਕਬੀਰ, ਜੇ ਜਾ ਕੇ ਸੰਗ ਤੇ ਵਿਛੜਾ ਤਾਹੀਂ ਕੇ ਸੰਗ ਮਿਲਣ ਦੀ ਤਾਂਘ ਹੈ, ਤਾਂ ਅਹੰਕਾਰ ਛੱਡ ਕੇ ਰਾਹ ਵਿੱਚ ਪਏ ਹੋਏ ਰੋੜੇ ਵਰਗਾ ਹੋ ਜਾ ਤੇ ਹਰੇਕ ਰਾਹੀ ਦੇ ਠੇਡੇ ਸਹਾਰ। ਜਿਹੜੇ ਕੋਈ ਮਨੁੱਖ ਅਜਿਹਾ ਸੇਵਕ ਬਣ ਜਾਂਦਾ ਹੈ, ਉਸਨੂੰ ਪਰਮਾਤਮਾ ਮਿਲ ਪੈਂਦਾ ਹੈ। ਪਰ ਇਹ ਕਬੀਰ ਰੋੜਾ ਬਣਿਆ ਵੀ ਅਜੇ ਪੂਰੀ ਕਾਮਯਾਬੀ ਨਹੀਂ ਹੁੰਦੀ, ਕਿਉਂਕਿ ਰੋੜਾ ਠੋਡੇ ਤਾਂ ਸਹਾਰਦਾ ਹੈ, ਪਰ ਨੰਗੀ ਪੈਰੀ ਤੁਰਨ ਵਾਲੇ ਰਾਹੀਆਂ ਦੇ ਪੈਰਾਂ ਵਿੱਚ ਚੁਭਦਾ ਵੀ ਹੈ। ਤੂੰ ਕਿਸੇ ਨੂੰ ਦੁੱਖ ਨਹੀਂ ਦੇਣਾ। ਹੇ ਪ੍ਰਭੂ, ਤੇਰਾ ਭਗਤ ਤਾਂ ਅਜਿਹਾ ਨਰਮ ਦਿਲ ਬਣ ਜਾਂਦਾ ਹੈ, ਜਿਵੇਂ ਰਾਹ ਦੀ ਬਾਰੀਕ ਧੂੜ। ਹੇ ਕਬੀਰ, ਖੇ ਵਾਂਗ ਬਣਿਆ ਵੀ ਅਜੇ ਕਸਰ ਰਹਿ ਜਾਂਦੀ ਹੈ। ਖੇ ਪੈਰਾਂ ਨਾਲ ਉੱਡ ਕੇ ਰਾਹੀਆਂ ਦੀ ਅੰਗਾਂ ਉੱਤੇ ਪੈ ਜਾਂਦੀ ਹੈ। ਪਰਮਾਤਮਾ ਦਾ ਭਗਤ ਅਜਿਹਾ ਚਾਹੀਦਾ ਹੈ, ਜਿਵੇਂ ਪਾਣੀ ਹਰੇਕ ਸ਼ਕਲ ਦੇ ਭਾਂਡੇ ਨਾਲ ਸਮਾਈ ਰੱਖਦਾ ਹੈ। ਹੇ ਕਬੀਰ, ਪਾਣੀ ਵਾਂਗ ਸਭ ਨਾਲ ਮੇਲ ਰੱਖਿਆ ਵੀ ਅਜੇ ਪੂਰਨਤਾ ਨਸੀਬ ਨਹੀਂ ਹੁੰਦੀ। ਪਾਣੀ ਕਦੇ ਠੰਡਾ ਤੇ ਕਦੇ ਤੱਤਾ ਹੋ ਜਾਂਦਾ ਹੈ। ਭਗਤ ਅਜਿਹਾ ਹੋਣਾ ਚਾਹੀਦਾ ਹੈ ਕਿ ਦੁਨੀਆ ਨਾਲ ਵਰਤਦਾ ਹੋਇਆ ਆਪਣੇ ਸੁਭਾਅ ਨੂੰ ਇਤਨਾ ਅਡੋਲ ਰੱਖੇ ਕਿ ਇਸ ਵਿੱਚ ਤੇ ਪਰਮਾਤਮਾ ਵਿੱਚ ਕੋਈ ਫਰਕ ਨਾ ਰਹਿ ਜਾਵੇ। ਹੁਣ ਇਸ ਸ਼ਲੋਕ ਵਿੱਚ ਜਿਹੜੇ ਚਾਰੋਂ ਸ਼ਲੋਕ ਨੇ, ਕਬੀਰ ਜੀ ਸਾਨੂੰ ਸਟੈਪਸ ਦੱਸ ਰਹੇ ਨੇ ਕਿ ਜਦ ਅਸੀਂ ਨਾਮ ਜਪਦੇ ਹਾਂ ਤਾਂ ਅਸੀਂ ਕਿਵੇਂ ਜਿਹੇ ਬਣਨਾ ਹੈ। ਕਿ ਪਹਿਲਾਂ ਅਸੀਂ ਜਿਹੜੇ ਪਹਿਲਾ ਸ਼ਲੋਕ ਹੈ ਇਹਦੇ 'ਚ ਸਾਨੂੰ ਕਬੀਰ ਜੀ ਦੱਸ ਰਹੇ ਨੇ ਕਿ ਅਸੀਂ ਪਹਿਲਾਂ ਇੱਕ ਪੱਥਰ ਵਾਂਗੂ ਬਣਨਾ ਹੈ ਤੇ ਆਪਣੇ ਆਪ ਨੂੰ ਸਰੈਂਡਰ ਕਰ ਦੇਣਾ, ਆਪਣੇ ਜਿਹੜੇ ਸਾਰੇ ਔਗੁਣ ਨੇ ਉਹ ਸਾਰੇ ਛੱਡ ਦੇਣੇ ਨੇ, ਤੇ ਜਿਹੜੇ ਸਾਡੇ ਵਿਕਾਰ ਨੇ ਅਸੀਂ ਉਹ ਤਿਆਗ ਦੇਣੇ ਨੇ। ਅਸੀਂ ਜਿਹੜੇ ਆਪਣੇ ਵਿਕਾਰਾਂ ਵਾਲੇ ਪਾਸੇ ਨਹੀਂ ਜਾਣਾ ਬਿਲਕੁਲ ਵੀ। ਤੇ ਪਹਿਲੇ ਸ਼ਲੋਕ ਵਿੱਚ ਕਬੀਰ ਜੀ ਐਵੇਂ ਦੱਸ ਰਹੇ ਨੇ ਸਾਨੂੰ ਕਿ ਅਸੀਂ ਇੱਕ ਰੋੜਾ ਜਿਹੜਾ ਪੱਥਰ ਹੈ, ਅਸੀਂ ਉਹ ਬਣ ਜਾਣਾ ਜਿਹੜਾ ਰਸਤੇ ਵਿੱਚ ਪਿਆ ਰਹਿੰਦਾ ਹੈ। ਤੇ ਫਿਰ ਸੈਕਿੰਡ ਸ਼ਲੋਕ ਵਿੱਚ ਸਾਨੂੰ ਕਬੀਰ ਜੀ ਦੱਸ ਰਹੇ ਨੇ ਕਿ ਜਿਹੜਾ ਰੋੜਾ ਹੈ ਉਹ ਪੈਰਾਂ ਤੇ ਵੱਜਦਾ ਹੈ। ਉਹ ਜਿਹੜਾ ਰੋੜਾ ਹੈਗਾ ਉਹ ਲੋਕੀ ਉਸ ਤੇ ਚੱਲਦੇ ਨੇ, ਉਹ ਵੀ ਸੱਟ ਖਾਂਦਾ ਹੈ, ਪਰ ਜਿਹੜੇ ਨੰਗੀ ਪੈਰੀ ਤੁਰ ਰਹੇ ਹੁੰਦੇ ਨੇ ਉਹਨਾਂ ਨੂੰ ਵੀ ਸੱਟ ਦਿੰਦਾ ਹੈਗਾ। ਤਾਂ ਫਿਰ ਕਬੀਰ ਜੀ ਦੱਸਦੇ ਨੇ ਅਸੀਂ ਮਿੱਟੀ ਵਾਂਗੂ ਬਣਨਾ ਹੈ, ਕਿ ਅਸੀਂ ਮਿੱਟੀ ਵਾਂਗੂ ਬਣਨਾ ਹੈ। ਕਬੀਰ ਜੀ ਸਾਨੂੰ ਇਹ ਦੱਸ ਰਹੇ ਨੇ ਕਿ ਪਰ ਕਿ ਜਿਹੜੀ ਜਿਵੇਂ ਮਿੱਟੀ ਹੁੰਦੀ ਹੈਗੀ ਹੈ, ਅਸੀਂ ਉਵੇਂ ਬਣਨਾ ਹੈ, ਕਿਸੇ ਨੂੰ ਚੁਭਣਾ ਨਹੀਂ ਹੈ, ਕਿਸੇ ਨੂੰ ਹਰਟ ਨਹੀਂ ਕਰਨਾ। ਤੇ ਫਿਰ ਨੈਕਸਟ ਸ਼ਲੋਕ ਵਿੱਚ ਸਾਨੂੰ ਕਬੀਰ ਜੀ ਦੱਸ ਰਹੇ ਨੇ ਕਿ ਮਿੱਟੀ ਵੀ ਜਿਹੜੀ ਹੈ ਉਹ ਉੱਡ ਕੇ ਲੋਕਾਂ ਦੇ ਕੱਪੜਿਆਂ ਤੇ ਲੱਗ ਜਾਂਦੀ ਹੈ, ਸਰੀਰ ਤੇ ਲੱਗ ਜਾਂਦੀ ਹੈ। ਤੇ ਅਸੀਂ ਮਿੱਟੀ ਤੋਂ ਬਾਅਦ ਜਦ ਅਸੀਂ ਪਹਿਲਾਂ ਰੋੜਾ ਬਣ ਗਏ, ਮਿੱਟੀ ਬਣ ਗਏ, ਮਿੱਟੀ ਤੋਂ ਬਾਅਦ ਅਸੀਂ ਬਣਨਾ ਹੈਗਾ ਪਾਣੀ। ਜਿਹੜਾ ਫਿਰ ਪਾਣੀ ਹੁੰਦਾ ਹੈ, ਜਿਵੇਂ ਕਿ ਉਹ ਮਿੱਟੀ ਵਾਂਗੂ ਕਿਸੇ ਨੂੰ ਹਰਟ ਨਹੀਂ
ਨੂੰ ਕਿਸੇ ਦੀ ਬੋਡੀ ਤੇ ਲੱਗਦਾ ਨਹੀਂ ਹੈ, ਕਿਸੇ ਦੇ ਕੱਪੜੇ ਗੰਦੇ ਨਹੀਂ ਕਰਦਾ, ਤਾਂ ਫਿਰ ਉਸ ਤੋਂ ਫਿਰ ਸਾਨੂੰ ਕਬੀਰ ਜੀ ਇਹ ਸਮਝਾ ਰਹੇ ਨੇ ਕਿ ਪਾਣੀ ਵੀ ਕਦੀ ਪਾਣੀ ਦਾ ਵੀ ਟੈਂਪਰੇਚਰ ਚੇਂਜ ਹੋ ਜਾਂਦਾ ਹੈ, ਕਦੀ ਠੰਡਾ ਹੁੰਦਾ ਹੈ ਤੇ ਕਦੀ ਗਰਮ ਹੁੰਦਾ ਹੈ, ਤੇ ਅਸੀਂ ਪਾਣੀ ਵਾਲੀ ਵੀ ਸਾਰੀ ਕੁਆਲਿਟੀਜ਼ ਨਹੀਂ ਲੈ ਕੇ ਆਣੀਆਂ। ਅਸੀਂ ਆਪਣੀ ਇਸ ਦੁਨੀਆ ਵਿੱਚ ਰਹਿੰਦੇ ਹੋਏ ਆਪਣੇ ਆਪ ਨੂੰ ਬਸ ਮੈਂਟਲੀ ਅਲੱਗ ਕਰਨਾ ਹੈ। ਫਿਜ਼ੀਕਲੀ ਅਸੀਂ ਇੱਥੇ ਹੀ ਰਹਿਣਾ ਹੈ, ਪਰ ਮੈਂਟਲੀ ਅਸੀਂ ਪਰਮਾਤਮਾ ਨਾਲ ਜੁੜਨਾ ਹੈ, ਪ੍ਰਭੂ ਨਾਲ ਜੁੜਨਾ ਹੈ। ਤੇ ਇੱਕ ਫਰਮਾਨ ਆ ਗਿਆ ਜੀ ਕਿ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ, ਕਿ ਜੇ ਅਸੀਂ ਇੱਥੇ ਰਹਿਣਾ ਹੈਗਾ, ਇਹ ਸਾਨੂੰ ਸਟੈਪ ਫੋਲੋ ਕਰਨ ਲਈ ਨੀਵਾ ਹੋ ਕੇ ਰਹਿਣਾ ਪਏਗਾ, ਤਾਂ ਹੀ ਫਿਰ ਅਸੀਂ ਪਰਮਾਤਮਾ ਦੇ ਹੋਰ ਕੋਲ ਆਵਾਂਗੇ। ਤੇ ਇੱਕ ਹੋਰ ਫਰਮਾਨ ਵੀ ਜੀ ਮੈਂ ਲਿਖਿਆ ਹੈ ਕਿ ਜੋ ਦੇ ਸਹਿਣਾ ਮਨੈ ਕਹਿਣਾ ਆਖ ਨਹੀਂ ਭਾਵਨਾ, ਕਿ ਇਸ ਫਰਮਾਨ ਤੋਂ ਭਾਵ ਹੈ ਕਿ ਜੋ ਪਰਮਾਤਮਾ ਦੇ ਰਿਹਾ ਹੈ ਉਹਨੂੰ ਚੁੱਪ ਕਰਕੇ ਸਹਿਣਾ, ਉਹਨੂੰ ਚੁੱਪ ਕਰਕੇ ਮੰਨਣਾ ਹੈ ਕਿ ਅਸੀਂ ਉਸਦੀ ਗੱਲ ਮੋੜਨੀ ਨਹੀਂ ਹੈ, ਕਿਉਂਕਿ ਉਹ ਜੋ ਵੀ ਕਰਦਾ ਹੈ ਉਹ ਸਾਡੇ ਭਲੇ ਲਈ ਕਰਦਾ ਹੈ, ਪਰ ਅਸੀਂ ਨਹੀਂ ਪਛਾਣ ਪਾਉਂਦੇ ਕਿ ਸਾਡੇ ਭਲਾ ਕੀ ਹੈ। ਤੇ ਇੱਕ ਹੋਰ ਇਹ ਸਾਨੂੰ ਜੋ ਵੀ ਦਿੱਤਾ ਗਿਆ ਹੈ ਸਾਨੂੰ ਅਸੀਂ ਐਕਸੈਪਟ ਕਰੀਏ ਤੇ ਅਸੀਂ ਵੀ ਬਿਲਕੁਲ ਨੀਵੇਂ ਹੋ ਕੇ ਰਹੀਏ, ਅਸੀਂ ਵੀ ਆਪਣੀ ਟਰਾਂਸਫੋਰਮੇਸ਼ਨ ਕਰੀਏ। ਪਹਿਲਾਂ ਅਸੀਂ ਪੱਥਰ ਬਣੀਏ, ਫਿਰ ਉਸ ਤੋਂ ਬਾਅਦ ਅਸੀਂ ਜਿਹੜੇ ਮਿੱਟੀ ਬਣੀਏ, ਮਿੱਟੀ ਤੋਂ ਬਾਅਦ ਪਾਣੀ, ਤੇ ਉਵੇਂ ਅਸੀਂ ਇਹਨਾਂ ਸਭ ਦੇ ਸਾਰੇ ਗੁਣ ਨਹੀਂ ਲੈ ਕੇ ਆਣੇ, ਕਿਉਂਕਿ ਹਰ ਚੀਜ਼ ਦੇ ਕੁਝ ਫਾਇਦੇ ਹੁੰਦੇ ਨੇ, ਕੁਝ ਨੁਕਸਾਨ ਹੁੰਦੇ ਹੈ। ਤੇ ਅਸੀਂ ਹਰ ਰੋਜ਼ ਇਹੀ ਅਰਦਾਸ ਕਰਨੇ ਕਿ ਗੁਰਸਿੱਖਾ ਕੀ ਹਰ ਧੂੜ ਦੇ ਹਮ ਪਾਪੀ ਭਗਤ ਪਾਏ, ਤੁਰਮਸਤੈ ਹਰ ਪ੍ਰਭ ਲਿਖਿਆ ਗੁਰੂ ਨਾਨਕ ਮਿਲਿਆ ਆਏ, ਕਿ ਜਿਹੜੀ ਸਾਨੂੰ ਗੁਰਸਿੱਖਿਆ ਦੀ ਧੂੜ ਦੇ ਕੇ ਜਿਹੜੀ ਸਾਡੀ ਪਾਪ ਹੈਗੇ ਉਹ ਸਾਡੇ ਉਤਾਰੋ ਪਰਮਾਤਮਾ ਜੀ ਨੂੰ। ਅਸੀਂ ਇਹੀ ਅਰਦਾਸ ਕਰਨੀ ਹੈ ਕਿ ਅਸੀਂ ਵੀ ਐਵੇਂ ਹੀ ਆਪਣੀ ਟਰਾਂਸਫੋਰਮੇਸ਼ਨ ਕਰਨੀ ਹੈ। ਜਸਵੀਰ ਸਿੰਘ ਜੀ ਦਾ ਹੈਂਡ ਰੇਜ਼ ਹੈ ਜੀ, ਉਹਨਾਂ ਨੂੰ ਸਕਰੀਨ ਤੇ ਲਿਆਂਦਾ ਜਾਏ ਜੀ ਪਲੀਜ਼। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਬਹੁਤ ਵਧੀਆ ਸ਼ਲੋਕ ਆਪ ਜੀ ਨੇ ਪੜ੍ਹਿਆ। ਉਹਦੇ ਵਿੱਚ ਆਪਣੇ 'ਚ ਨਾ ਸਿੱਖ 'ਚ ਨਿਮਰਤਾ ਤੇ ਗਰੀਬੀ, ਕਿਉਂਕਿ ਗੁਰਮਤ ਮਾਰਗ ਤੇ ਚੱਲਣ ਲਈ ਸਿੱਖ ਨੂੰ ਦੂਸਰਿਆਂ ਦੇ ਗੁਣ ਤੇ ਆਪਣੇ ਅਵਗੁਣ ਦੇਖਣੇ ਚਾਹੀਦੇ ਹੈ। ਇਸ ਤਰ੍ਹਾਂ ਕਰਨ ਨਾਲ ਜਿਹੜਾ ਸਿੱਖ ਹੈ ਉਹ ਆਪਣੇ ਮਨ ਵਿੱਚ ਨਿਮਰਤਾ ਤੇ ਹਲੀਮੀ ਲਿਆਉਣ ਲਈ ਆਪਣੇ ਅਵਗੁਣ ਨੂੰ ਵੀ ਦੂਰ ਕਰਨ ਦੀ ਕੋਸ਼ਿਸ਼ ਕਰਦਾ। ਫਿਰ ਜੋ ਮਨੁੱਖ ਆਪਣੀ ਹਉਮੈ ਨੂੰ ਮਾਰ ਕੇ ਸਮਝਦਾ ਹੈ ਨਾ ਕਿ ਮੈਂ ਹੋਰਨਾਂ ਨਾਲੋਂ ਚੰਗਾ ਨਹੀਂ ਤੇ ਕੋਈ ਮੇਰੇ ਤੋਂ ਮਾੜਾ ਨਹੀਂ, ਅਜਿਹੇ ਮਨੁੱਖ ਨੂੰ ਪਰਮਾਤਮਾ ਨਾ ਸੰਸਾਰ ਸਮੁੰਦਰ ਤੋਂ ਵੀ ਪਾਰ ਕਰ ਦਿੰਦੇ ਆ। ਆਪਾਂ ਜਦੋਂ ਇੱਕ ਸ਼ਲੋਕ ਆਉਂਦਾ ਨਿਵਨ ਸੋ ਅੱਖਰ ਖਵਨ ਗੁਣ ਜਿਹਵਾ ਮਣੀਆਂ ਮੰਤ, ਉਹ ਚਾਹੇ ਵੀ ਇਹ ਭੈਣ ਨਿਆਉਣਾ ਅੱਖਰ ਹੈ, ਸਹਾਰਨਾ ਜਿਹੜਾ ਉਹ ਵੀ ਸਾਡੇ 'ਚ ਗੁਣ ਹੈ। ਮਿੱਠਾ ਬੋਲਣਾ ਇਹ ਸਾਡਾ ਸ਼੍ਰੋਮਣੀ ਮੰਤਰ ਹੈ, ਕਿਉਂਕਿ ਗੁਰੂ ਸਾਹਿਬ ਵੀ ਕਹਿੰਦੇ ਆ ਕਿ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਉਹ ਸੰਮਲ ਥੱਕੀ ਜੀ ਉਹ ਕਦੇ ਨਾ ਬੋਲੇ ਕੋਰਾ। ਦੇਖੋ ਇੰਨੇ ਪਰਮਾਤਮਾ ਚੰਗੇ ਹੈ ਔਰ ਇੰਨੇ ਮਿੱਠ ਬੋਲੜੇ ਹੈ, ਤੇ ਇਸ ਕਰਕੇ ਸਾਨੂੰ ਵੀ ਆਪਣੇ ਸੁਭਾਅ ਦੇ ਵਿੱਚ ਤਬਦੀਲੀ ਲੈ ਕੇ ਆਉਣੀ ਚਾਹੀਦੀ ਹੈ। ਤੇ ਜਿਹੜਾ ਸਾਡਾ ਸੁਭਾਅ ਹੈ ਉਹ ਮਿੱਠ ਬੋਲੜਾ ਹੀ ਹੋਏ, ਅਸੀਂ ਨਿਮਰਤਾ ਦੇ ਵਿੱਚ ਰਹੀਏ, ਪਿਆਰ ਨਾਲ ਰਹੀਏ, ਫਿਰ ਅਸੀਂ ਪਰਮਾਤਮਾ ਨੂੰ ਪਾ ਸਕਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਪਿਆਰੇ ਵਿਚਾਰ ਜੀ, ਕਿ ਅਸੀਂ ਜਿਹੜੇ ਨੀਵੇਂ ਹੋ ਕੇ ਨਿਮਰਤਾ ਨਾਲ ਜਿਹੜੀ ਆਪਣੀ ਲਾਈਫ ਬਿਤਾਈਏ, ਤੇ ਜੇ ਅਸੀਂ ਗੁਣਾਂ ਵਾਲੇ ਪਾਸੇ ਭੱਜਣ ਲੱਗਾਂਗੇ ਤਾਂ ਜਿਹੜੇ ਔਗੁਣ ਨੇ ਉਹ ਆਪੇ ਹੀ ਛੁੱਟ ਜਾਣਗੇ। ਤਾਂ ਪਰਮਾਤਮਾ ਨਾਲ ਜੇ ਅਸੀਂ ਜੁੜ ਜਾਵਾਂਗੇ, ਗੁਣ ਆਪਣੇ ਆਪ ਹੀ ਸਾਡੇ 'ਚ ਆਉਂਦੇ ਰਹਿਣਗੇ, ਤੇ ਜਿਹੜੇ ਔਗੁਣ ਨੇ ਉਹ ਆਪਣੇ ਆਪ ਹੀ ਜਿਹੜੇ ਨੇ ਉਹ ਦੂਰ ਹੋ ਜਾਣਗੇ ਸਾਡੇ ਤੋਂ, ਤੇ ਜਿਹੜੇ ਅਸੀਂ ਵਿਕਾਰਾਂ ਦੀ ਜਿਹੜੀ ਮੈਲ ਹੈ ਉਹ ਬਿਲਕੁਲ ਹੀ ਖਤਮ ਹੋ ਜਾਏਗੀ। ਤੇ ਆਈ ਰਿਕੁਐਸਟ ਸੰਗਤ ਜੀ ਕਿ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸ਼ੇਅਰ ਕਰੋ ਜੀ। ਤੁਸੀਂ ਹੈਂਡ ਰੇਜ਼ ਕਰਕੇ ਜਾਂ ਫਿਰ ਚੈਟ ਵਿੱਚ ਵੀ ਦੱਸ ਸਕਦੇ ਹੋ ਜੀ।
ਤੇ ਮੈਂ ਇੱਕ ਹੋਰ ਗੱਲ ਕਹਿਣੀ ਚਾਹਾਂਗੀ ਜੀ ਕਿ ਜਿਵੇਂ ਸਾਨੂੰ ਵਾਹਿਗੁਰੂ ਜੀ ਨੇ ਕਬੀਰ ਜੀ ਨੇ ਸ਼ਲੋਕ ਵਿੱਚ ਇਹ ਵਾਲੇ ਸ਼ਲੋਕਾਂ ਵਿੱਚ ਦੱਸਿਆ ਹੈ ਟ੍ਰਾਂਸਫੋਰਮੇਸ਼ਨ ਦਾ। ਤੇ ਅਸੀਂ ਪਹਿਲਾਂ ਪੱਥਰ ਜਾਂ ਫਿਰ ਇਹ ਸਭ ਦੀ ਜਿਹੜੀ ਕੁਆਲਿਟੀਜ਼ ਨੇ ਇਹ ਸਭ ਅਸੀਂ ਟ੍ਰਾਂਸਫੋਰਮ ਹੋਣ ਤੋਂ ਪਹਿਲਾਂ ਅਸੀਂ ਪਹਿਲਾਂ ਆਪਣੇ ਆਪ ਨੂੰ ਦੇਖੀਏ ਕਿ ਸੈਲਫ ਐਨਾਲਿਸਿਸ ਕਰੀਏ ਕਿ ਅਸੀਂ ਕਿੱਥੇ ਖੜੇ ਹਾਂ ਇਸ ਟਾਈਮ, ਕਿ ਜਿਹੜੀ ਸਾਡੀ ਥਾਟਸ ਨੇ ਉਹ ਸਾਡੀ ਕਿਹੋ ਜਿਹੀਆਂ ਨੇ, ਜਿਹੜਾ ਸਾਡੀ ਐਬਿਲਿਟੀ ਹੈ ਕੰਮ ਕਰਨ ਦੀ ਉਹ ਕਿਹੋ ਜਿਹੀ ਹੈਗੀ ਹੈ। ਤੇ ਅਸੀਂ ਹਰ ਖੇਤਰ ਵਿੱਚ ਹਰ ਜਿਹੜੀ ਫੀਲਡ 'ਚ ਅਸੀਂ ਦੇਖੀਏ ਕਿ ਅਸੀਂ ਕਿੱਥੇ ਖੜੇ ਹਾਂ, ਕਿ ਅਸੀਂ ਥੱਲੇ ਵਾਲੇ ਪਾਸੇ ਨੂੰ ਤਾਂ ਨਹੀਂ ਜਾ ਰਹੇ ਕਿਤੇ, ਜਾਂ ਫਿਰ ਸਾਡੇ ਤੇ ਸੰਗਤ ਦਾ ਮਾੜੀ ਸੰਗਤ ਦਾ ਇੰਪੈਕਟ ਤਾਂ ਨਹੀਂ ਪੈ ਰਿਹਾ। ਅਸੀਂ ਉਹ ਪਹਿਲਾਂ ਚੈੱਕ ਕਰੀਏ ਤੇ ਫਿਰ ਉਸ ਤੋਂ ਬਾਅਦ ਅਸੀਂ ਜਿਹੜਾ ਹੈ ਆਪਣੀ ਟ੍ਰਾਂਸਫੋਰਮੇਸ਼ਨ ਸ਼ੁਰੂ ਕਰੀਏ। ਤੇ ਜੇ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸ਼ੇਅਰ ਕਰੋ ਜੀ। ਸਾਰਿਆਂ ਰਿਕਵੈਸਟ, ਸਾਰਿਆਂ ਦੇ ਚਰਨਾਂ 'ਚ ਬੇਨਤੀ ਹੈ ਜੀ। ਹਾਂਜੀ, ਪਰਵਿੰਦਰ ਅੰਕਲ ਦਾ ਹੈਂਡ ਰੇਜ਼ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਵਧੀਆ ਆਪ ਜੀ ਵਿਚਾਰ ਕਰਵਾ ਰਹੇ ਹੋ, ਬੜੇ ਪ੍ਰੇਮ ਨਾਲ ਸ਼ਲੋਕ ਪੜ੍ਹੇ ਹਨ ਔਰ ਡਿਟੇਲ ਆਪ ਜੀ ਨੇ ਸਾਂਝੀ ਕੀਤੀ ਹੈ, ਅਰਥ ਵਿਚਾਰੇ ਹਨ। ਸਾਰੇ ਵਿਚਾਰ ਸੁਣਦਿਆਂ ਪੜ੍ਹਦਿਆਂ ਮਨ ਵਿੱਚ ਬਣ ਰਿਹਾ ਸੀ ਵੀ ਭਗਤ ਜਨ ਜੋ ਹਨ, ਜੋ ਰੂਹਾਨੀਅਤ ਪੁਰਸ਼ ਹਨ, ਜੋ ਸਪਿਰਿਚੁਅਲ ਭਗਤ ਹਨ ਤੇ ਸੰਸਾਰੀ ਮਨੁੱਖ ਹਨ, ਕਿੰਨਾ ਫਰਕ ਹੈ। ਸੰਸਾਰੀ ਮਨੁੱਖ ਜਿਹੜਾ ਹੈ ਆਪਣੀ ਭੱਜ ਦੌੜ ਵਿੱਚ ਲੱਗਿਆ ਹੈ, ਤੇ ਭਗਤ ਜਿਹੜੇ ਹਨ ਉਹ ਗੁਣਾਂ ਤੇ ਔਗੁਣਾਂ ਦੀ ਵਿਚਾਰ ਕਰਦੇ ਰਹਿੰਦੇ ਹਨ। ਤੇ ਗੁਣਾਂ ਤੇ ਔਗੁਣਾਂ ਦੀ ਵਿਚਾਰ ਵੀ ਅਸੀਂ ਸਾਡੀ ਮੱਤ ਅਨੁਸਾਰ ਅਸੀਂ ਕਿਸੇ ਬੰਦੇ ਦੇ ਗੁਣ ਦੇ ਔਗੁਣ ਵਿਚਾਰਦੇ ਹਾਂ ਵੀ ਇਹ ਬੰਦਾ ਗੁਣਾ ਕਰਕੇ ਚੰਗਾ ਹੈ, ਦੂਸਰਾ ਬੰਦਾ ਗੁਣਾ ਕਰਕੇ ਔਗੁਣਾ ਕਰਕੇ ਮਾੜਾ ਹੈ। ਭਗਤ ਜਨ ਜੋ ਹਨ ਮਨੁੱਖਾਂ ਦੇ ਨਾਲ ਨਾਲ ਜੋ ਕੁਦਰਤ ਵਿੱਚ ਜਿਹੜੇ ਤੱਤ ਹਨ, ਕੁਦਰਤ ਦਾ ਪਸਾਰਾ ਹੈ, ਉਹਨਾਂ ਦੇ ਵੀ ਗੁਣ ਔਗੁਣ ਦੇਖ ਰਹੇ ਹਨ। ਉਹਨਾਂ ਦੀ ਦ੍ਰਿਸ਼ਟੀ ਵਿੱਚ ਕੁਦਰਤ ਦਾ ਜੋ ਵਾਸਾ ਹੈ, ਪਰਮਾਤਮਾ ਦਾ ਜੋ ਕੁਦਰਤ ਦੀ ਕਿਰਤ ਹੈ, ਸਾਰਾ ਪਸਾਰਾ ਹੈ, ਉਹਦੇ ਵਿੱਚ ਵੀ ਗੁਣ ਔਗੁਣ ਜਿਹੜੇ ਦੇਖ ਰਹੇ ਹਨ। ਜੀਵ ਜਨਤਾ ਤੋਂ ਵੀ ਗੁਣ, ਪੰਛੀਆਂ ਦੇ ਵੀ ਗੁਣ ਔਗੁਣ ਦੇਖਦੇ ਹਨ, ਉਹ ਰੋੜੇ ਦੇ ਵੀ ਗੁਣ ਔਗੁਣ ਦੇਖ ਲੈਂਦੇ ਹਨ, ਪਾਣੀ ਦੇ ਵੀ ਗੁਣ ਔਗੁਣ ਦੇਖ ਲੈਂਦੇ ਹਨ, ਉਹ ਧੂੜ ਦੇ ਵੀ ਗੁਣ ਔਗੁਣ ਦੇਖ ਲੈਂਦੇ ਹਨ। ਇਹ ਦ੍ਰਿਸ਼ਟੀ ਦਾ ਫਰਕ ਹੈ। ਸੇ ਅਖੜੀਆਂ ਬਿਆਨ ਹਨ, ਤਾਂ ਹੀ ਬਾਣੀ ਚਾਹੁੰਦਾ ਸੇ ਅਖੜੀਆਂ ਬਿਆਨ ਜਿਨ੍ਹਾਂ ਦਿਸੰਦੋ ਮਾਪੀ। ਇਹ ਬਿਆਨ ਅੱਖਾਂ ਹਨ, ਇਹ ਗੁਰੂ ਦੀ ਬਖਸ਼ਿਸ਼। ਕੋਈ ਭਗਤ ਜਨ, ਕੋਈ ਸਪਿਰਿਚੁਅਲ ਰੂਹਾਨੀਅਤ ਪੁਰਸ਼ ਹੀ ਜਿਹੜੇ ਹੈ ਇਸ ਤਰ੍ਹਾਂ ਦੀ ਦ੍ਰਿਸ਼ਟੀ ਰੱਖਦੇ ਹਨ। ਦੂਸਰਾ ਬੇਨਤੀ ਕਰਾਂਗਾ, ਅੱਜ ਸਾਰੀ ਸੰਗਤ ਚੰਗੀ ਤਰ੍ਹਾਂ ਜਾਣੀ ਹੋ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ। ਆਪ ਜੀ ਨੇ ਸੁਣਿਆ ਹੈ ਇਹਨਾਂ ਦਿਨਾਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਜਿਹੜਾ ਹੈ, ਪਹਿਲਾ ਪ੍ਰਕਾਸ਼ ਪੁਰਬ ਮਨਾਇਆ ਜਾਂਦਾ ਹੈ। ਅਸੀਂ ਬੇਨਤੀ ਕਰੀਏ, ਸ਼ਬਦ ਪੜ੍ਹਦੇ ਹੋਏ, ਸੁਣਦੇ ਹੋਏ, ਅਸੀਂ ਗੁਰਪੁਰਬ ਜਿਹੜਾ ਮਨਾਉਂਦੇ ਹਾਂ ਬਾਹਰੀ ਤੌਰ ਤੇ ਮਨਾਇਆ ਜਾ ਰਿਹਾ ਹੈ, ਪਰ ਇਹ ਸਾਡੇ ਅੰਦਰ ਜਦੋਂ ਪ੍ਰਕਾਸ਼ ਹੋਏਗਾ ਸ਼ਬਦ ਦਾ, ਜਿਸ ਤਰ੍ਹਾਂ ਕਬੀਰ ਜੀ ਦੱਸਦੇ ਹਨ, ਸਾਡਾ ਮਨ ਜਦੋਂ ਸਾਧਿਆ ਜਾਏਗਾ, ਸਾਡੇ ਅੰਦਰ ਸ਼ਬਦ ਦਾ ਪ੍ਰਕਾਸ਼ ਜਦੋਂ ਹੋਏਗਾ, ਫੇਰ ਹੀ ਜਿਹੜਾ ਸਾਡਾ ਅਸੀਂ ਸਮਝਾਂਗੇ ਅਸਲ ਜਿਹੜਾ ਪ੍ਰਕਾਸ਼ ਪੁਰਬ ਸਾਡਾ ਅੰਦਰ ਮਨਾਇਆ ਗਿਆ ਹੈ। ਸਾਡੀ ਅਰਦਾਸ ਇਹੀ ਹੋਵੇ ਵੀ ਦਾਸ ਤੇਰੇ ਕੀ ਬੇਨਤੀ ਰਿੱਧ ਕਰ ਪ੍ਰਗਾਸ, ਤੁਮਰੀ ਕਿਰਪਾ ਤੇ ਪਾਰ ਬ੍ਰਹਮ ਦੋਖਨ ਕੋ ਨਾਸ। ਸਾਡੇ ਹਿਰਦੇ ਅੰਦਰ ਪ੍ਰਗਾਸ਼ ਹੋਵੇ, ਫਿਰ ਜਿਹੜੀ ਕਬੀਰ ਜੀ ਜਿਹੜੇ ਸਾਨੂੰ ਸ਼ਲੋਕਾਂ ਵਿੱਚ ਵਿਚਾਰ ਦੇ ਰਹੇ ਹਨ, ਫਿਰ ਅਸੀਂ ਇਹਦੇ ਬਹੁਤ ਜ਼ਿਆਦਾ ਨੇੜੇ ਹੋ ਕੇ ਇਹਨੂੰ ਮਾਣ ਪਾਵਾਂਗੇ, ਇਹਨੂੰ ਸਮਝ ਪਾਵਾਂਗੇ। ਹਿਰਦੇ ਦਾ ਪ੍ਰਗਾਸ਼ ਚਾਹੀਦਾ ਹੈ। ਤੇ ਸਭ ਤੋਂ ਇੰਪੋਰਟੈਂਟ ਗੱਲ ਜਿਹੜੇ ਸਾਰੇ ਸ਼ਲੋਕਾਂ ਵਿੱਚ ਆਈ ਹੈ, ਜਿਹੜੀ ਮਨ ਦੇ ਵਿੱਚ ਜਿਹੜਾ ਅਸੀਂ ਤੱਤ ਕਹੀਏ ਕੀ ਹੈ, ਉਹ ਤੱਤ ਇਹ ਹੈ ਜੀ
ਵੀ ਹਰ ਜਨ ਐਸਾ ਚਾਹੀਐ ਜੈਸਾ ਹਰ ਹੀ ਹੋਏ। ਵਾਹ ਜੀ। ਜਿਹੜੇ ਪਹਿਲਾਂ ਤਾਂ ਕਬੀਰ ਜੀ ਕਹਿੰਦੇ ਹਨ, ਰੋੜੇ ਦਾ ਗੁਣ ਦੇਖੋ, ਔਗੁਣ ਰੋੜੇ ਦਾ ਗੁਣ ਹੈ, ਉਹ ਸਹਾਰਦਾ ਹੈ, ਦੁੱਖ ਸਹਾਰਦਾ ਹੈ, ਠੇਡੇ ਸਹਾਰਦਾ ਹੈ, ਇਹ ਉਹਦਾ ਗੁਣ ਹੈ। ਤੇ ਜਦੋਂ ਕਿਸੇ ਦੇ ਪੈਰਾਂ ਵਿੱਚ ਚੁੱਭਦਾ ਹੈ, ਇਹ ਉਹਦਾ ਔਗੁਣ ਹੈ। ਸਹਾਰਨਾ ਭਾਵ ਇੱਥੋਂ ਸਾਨੂੰ ਤੱਤ ਇਹ ਮਿਲਿਆ ਵੀ ਸਾਨੂੰ ਜੀਵਾਂ ਨੂੰ, ਸਾਨੂੰ ਜਿਹੜੇ ਸ਼ਬਦ ਨਾਲ ਜੁੜੇ ਹਨ, ਸਾਨੂੰ ਸਹਾਰਨ ਵਾਲਾ ਗੁਣ ਜਿਹੜਾ ਸਾਨੂੰ ਵਧਾਉਣਾ ਪਏਗਾ, ਅਪਣਾਉਣਾ ਪਏਗਾ, ਜੇ ਅਸੀਂ ਉਸ ਹਰ ਜਨ ਐਸਾ ਹੋਏ ਵਾਲੇ ਰਾਹ ਦੇ ਉੱਤੇ ਤੁਰਨਾ ਹੈ। ਕਿਉਂਕਿ ਇਹ ਹਰੀ ਦੇ ਗੁਣ ਹਨ, ਇਹ ਕੋਈ ਬੰਦੇ ਦੇ ਦੁਨਿਆਵੀ ਸੰਸਾਰੀ ਮਨੁੱਖ ਦੇ ਗੁਣ ਨਹੀਂ ਹਨ, ਇਹ ਹਰੀ ਦੇ ਹਨ। ਤੇ ਮਿਲਣੇ ਕਿੱਥੋਂ ਹਨ, ਇਹ ਵੀ ਦੇਖਣਾ ਹੈ, ਕਿੱਥੋਂ ਲਈਏ ਇਹ ਗੁਣ, ਹਰੀ ਦੇ ਗੁਣ ਕਿੱਥੋਂ ਲਈਏ। ਬਾਣੀ ਵਿੱਚ ਹੀ ਆਉਂਦਾ ਹੈ, ਹਰ ਕੇ ਗੁਣ ਹਰ ਭਾਮ ਦੇ, ਸੇ ਗੁਰੂ ਤੇ ਪਾਏ, ਜਿਨ ਗੁਰ ਕਾ ਭਾਣਾ ਮੰਨਿਆ ਤਿਨ ਘੁੰਮ ਘੁੰਮ ਜਾਏ। ਇਹ ਹਰੀ ਦੇ ਗੁਣ ਜਿਹੜੇ ਹੈ ਸਾਨੂੰ ਸਤਿਗੁਰੂ ਪਾਸੋਂ ਮਿਲਦੇ ਹਨ। ਸ਼ਬਦ ਦੀ ਵਿਚਾਰ ਕੀਤਿਆਂ, ਸ਼ਬਦ ਦੇ ਅਨੁਸਾਰੀ ਜੀਵਨ ਵਿੱਚ ਆਪਣੀ ਕਮਾਈ ਕੀਤਿਆਂ ਸਾਨੂੰ ਇਹ ਗੁਣ ਮਿਲਦੇ। ਫਿਰ ਅੱਗੇ ਧੂੜ ਦੀ ਗੱਲ ਕੀਤੀ ਹੈ। ਧੂੜ ਜਿਹੜੀ ਹੈ ਉਹ ਕਿੰਨੀ ਨਿਮਰਤਾ ਹੈ, ਪੈਰਾਂ ਥੱਲੇ ਆਉਂਦੀ ਹੈ, ਜੀਵਤਿਆਂ ਪੈਰਾਂ ਥੱਲੇ ਮੋਇਆਂ ਉੱਪਰ ਹੋਏ। ਧੂੜ ਜਿਹੜੀ ਹੈ ਨਿਮਰਤਾ ਦੀ ਇੱਕ ਨਿਸ਼ਾਨੀ ਹੈ। ਪਰ ਜਦੋਂ ਉੱਡ ਉੱਡ ਲੱਗ ਗਿਆ ਅੰਗ, ਭਾਵ ਜੇ ਅਸੀਂ ਕਿਸੇ ਨੂੰ ਮਲੀਨ ਵੀ ਕਰ ਦਿੰਦੀ ਹੈ, ਜਦੋਂ ਕਿਸੇ ਦੇ ਨਾਲ ਉੱਡ ਕੇ ਪੈਂਦੀ ਹੈ, ਭਾਵ ਜਿਹੜਾ ਹੈ ਉਹ ਕਿਸੇ ਦੇ ਔਗੁਣ ਜਿਹੜੇ ਆ ਫਰੋਲਣੇ, ਜਿਹੜੇ ਅਸੀਂ ਸਾਰੇ ਬਹੁਤੀ ਵਾਰ ਇਹੀ ਕਰਦੇ ਹਾਂ, ਅਸੀਂ ਕਿਸੇ ਦੇ ਗੁਣ ਤਾਂ ਘੱਟ ਵਿਚਾਰਦੇ ਹਾਂ, ਪਰ ਔਗੁਣਾਂ ਨੂੰ ਅਸੀਂ ਬਹੁਤ ਛੇਤੀ ਜਿਹੜੀ ਹੈ ਉਹ ਅਸੀਂ ਉਜਾਗਰ ਕਰਦੇ ਹਾਂ, ਖਾਸ ਕਰਕੇ ਜਦੋਂ ਦੂਜੇ ਦੇ। ਤੇ ਆਪਣੀ ਜਦੋਂ ਗੱਲ ਆਵੇ ਤੇ ਅਸੀਂ ਆਪਣੇ ਆਪ ਨੂੰ ਬੜਾ ਗੁਣੀ ਗਿਆਨੀ ਦੱਸਦੇ ਹਾਂ। ਸੋ ਇਹ ਵੀ ਇੱਕ ਸਾਨੂੰ ਤੱਤ ਮਿਲਦਾ ਹੈ ਵੀ ਸਾਨੂੰ ਦੂਜਿਆਂ ਦੇ ਗੁਣ ਔਗੁਣ, ਜਿਹੜੇ ਔਗੁਣ ਨਹੀਂ ਫਰੋਲਣੇ ਚਾਹੀਦੇ, ਸਗੋਂ ਸਾਨੂੰ ਨਿਮਰਤਾ ਵਿੱਚ ਰਹਿਣਾ ਚਾਹੀਦਾ ਹੈ। ਫਿਰ ਅੱਗੇ ਪਾਣੀ ਦੀ ਉਦਾਹਰਨ ਹੈ। ਪਾਣੀ ਕਹਿੰਦੇ ਹਨ ਸੀਰਾ ਤਾਤਾ ਹੋਏ। ਪਾਣੀ ਦਾ ਗੁਣ ਹੈ ਉਹ ਸਾਰਿਆਂ ਨਾਲ ਮਿਲਾਪੜਾ ਹੈ, ਜਿਹੜੇ ਵੀ ਭਾਂਡੇ ਵਿੱਚ ਪਾਓ ਭਾਂਡੇ ਵਰਗੀ ਸ਼ਕਲ ਬਣਾ ਲੈਂਦਾ ਹੈ, ਉਸ ਤਰ੍ਹਾਂ ਦਾ ਉਹਦਾ ਆਕਾਰ ਹੋ ਜਾਂਦਾ ਹੈ। ਤੇ ਪਰ ਉਹਦਾ ਸੁਭਾਅ ਜਿਹੜਾ ਹੈ ਉਹ ਇੱਕ ਨਹੀਂ ਹੈ। ਉੱਥੇ ਵੀ ਇੱਕ ਔਗੁਣ ਨਜ਼ਰ ਆਉਂਦਾ ਹੈ ਕਬੀਰ ਸਾਹਿਬ ਨੂੰ, ਵੀ ਇਹ ਵੀ ਜਿਹੜਾ ਹੈ ਇਹ ਹਰੀ ਜਨ ਦਾ ਔਗੁਣ ਨਹੀਂ ਹੋ ਸਕਦਾ। ਵੀ ਪਾਣੀ ਦਾ ਸੁਭਾਅ ਜਿਹੜਾ ਹੈ ਗੁਣ ਤਾਂ ਹੈ, ਪਰ ਜਦੋਂ ਨਾਲ ਔਗੁਣ ਆ ਜਾਂਦਾ ਹੈ ਉਹ ਫਿਰ ਹਰੀ ਦਾ ਸੁਭਾਅ ਨਹੀਂ ਰਹਿੰਦਾ। ਤੇ ਫਿਰ ਇਸ ਤਰ੍ਹਾਂ ਤਾਂ ਹਰ ਕੁਦਰਤ ਦੀ ਚੀਜ਼ ਵਿੱਚ ਗੁਣ ਤੇ ਔਗੁਣ, ਫੁੱਲ ਤੇ ਕੰਡਾ, ਦੋ ਰੰਗੀ ਜਿਹੜੀ ਹੈ ਮਸਕੀਨ ਜੀ ਕਹਿੰਦੇ ਹਨ, ਦੋ ਭਾ ਜਿਹੜੀ ਹੈ ਉਹ ਸੰਸਾਰ ਚੱਲਿਆ ਹੈ। ਦੁੱਖ ਹੈ ਨਾਲ ਸੁੱਖ ਹੈ। ਤੇ ਜਿੱਥੇ ਆਤਮਕ ਗੁਣ ਹਨ ਉੱਥੇ ਦੁੱਖ ਨਾਹੀਂ, ਸਭ ਸੁੱਖ ਹੀ ਹੈ ਰੇ। ਇਹ ਹਰੀ ਦੇ ਗੁਣ ਹਨ। ਇੱਕ ਸੁਭਾਅ ਸਹਿਜ, ਜਿਹਨੂੰ ਅਡੋਲਤਾ, ਮਨ ਦੀ ਅਡੋਲਤਾ ਕਿਹਾ ਗਿਆ ਹੈ ਬਾਣੀ ਦੇ ਵਿੱਚ। ਅਸੀਂ ਪੜ੍ਹਦੇ ਹਾਂ, ਕਿਆ ਪੜੀਐ ਕਿਆ ਗੁਣੀਐ, ਕਿਆ ਪੜੀਐ ਕਿਆ ਗੁਣੀਐ, ਕਿਆ ਵੇਦ ਪੁਰਾਨਾ ਪੜੇ ਸੁਨੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਸਹਿਜ ਭਾਵ ਜਿੱਥੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ ਵਿੱਚ ਆਇਆ ਹੈ ਸ਼ਬਦ, ਉੱਥੇ ਸਹਿਜ ਨੂੰ ਮਨ ਦੀ ਅਡੋਲਤਾ, ਅਡੋਲ ਅਵਸਥਾ ਕਿਹਾ ਗਿਆ ਹੈ। ਜਦੋਂ ਲਾਵਾਂ ਦਾ ਪਾਠ ਹੁੰਦਾ ਹੈ, ਆਨੰਦ ਸਾਹਿਬ ਅਸੀਂ ਪੜ੍ਹਦੇ ਹਾਂ ਨਾਵਾਂ ਦਾ ਪਾਠ ਗੁਰੂ ਗ੍ਰੰਥ ਸਾਹਿਬ ਬਾਣੀ ਦੇ ਵਿੱਚ, ਉੱਥੇ ਵੀ ਚੌਥੀ ਅਵਸਥਾ ਵਿੱਚ ਮਨ ਚੌਥੜੀ ਲਾਭ ਮਨ ਸਹਿਜ ਪਿਆ, ਸਹਿਜ ਦੀ ਗੱਲ ਆਈ ਹੈ। ਸੋ ਪਰਮਾਤਮਾ ਦਾ ਸੁਭਾਅ ਇੱਕ ਹੈ। ਉਹ ਪਰਮਾਤਮਾ ਦਾ ਸੁਭਾਅ ਜਿਹੜਾ ਸਾਰਿਆਂ ਵਾਸਤੇ ਇੱਕ ਹੈ। ਉਹ ਕਿਰਤ ਕਣਾਂ ਨੂੰ ਵੀ ਪਾਲਦਾ ਹੈ। ਉਹ ਭਾਵ ਮਤਲਬ ਸਾਰਿਆਂ ਵਾਸਤੇ, ਉਹ ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤ ਮਹਤ, ਸਾਰਿਆਂ ਵਾਸਤੇ ਇੱਕ ਤਰ੍ਹਾਂ ਦਾ ਸੁਭਾਅ ਹੈ, ਪਾਉਣ ਦਾ, ਪਾਣੀ ਦਾ। ਪਰ ਹਰੀ ਜਨ ਹਰੀ ਦੇ ਸੁਭਾਅ ਨੂੰ ਮਾਣਦੇ ਹਨ, ਕਿਉਂਕਿ ਉਹ ਇੱਕ ਰੰਗੀ ਹੈ। ਉਹਦੇ ਵਿੱਚ ਕੋਈ ਔਗੁਣ ਦਾ ਤੱਤ ਨਹੀਂ ਹੈ, ਸਾਰੇ ਗੁਣ ਹੀ ਗੁਣ ਹਨ। ਪ੍ਰਮਾਤਮਾ ਗੁਣਾਂ ਦਾ ਸਾਗਰ ਹੈ। ਸੋ ਅਸੀਂ ਪ੍ਰਕਾਸ਼ ਪੁਰਬ ਮਨਾਉਂਦੇ ਹੋਏ ਅਸੀਂ ਬੇਨਤੀਆਂ ਕਰੀਏ ਵੀ ਸਾਨੂੰ ਇਹ ਗੱਲ ਸਮਝ ਪੈ ਜਾਵੇ ਵੀ ਪ੍ਰਮਾਤਮਾ ਅਸੀਂ ਤੇਰੇ ਕਿੰਨੇ ਨੇੜੇ ਹਾਂ, ਤੂੰ ਸਾਡੇ ਕਿੰਨੇ ਨੇੜੇ ਹੈ। ਤੋਹੀ ਮੋਹੀ ਮੋਹੀ ਤੋਹੀ, ਅੰਤਰ ਕੈਸਾ ਕਨਿਕ ਕਟਕ ਜਲ ਤਰੰਗ ਜੈਸਾ। ਜਿਵੇਂ ਸੋਨਾ ਤੇ ਸੋਨੇ ਦੇ ਬਣੇ ਹੋਏ ਗਹਿਣੇ, ਇੰਨਾ ਕੁ ਫਰਕ ਹੈ। ਜਿੱਦਾਂ
ਜਲ ਤਰੰਗ ਜੈਸਾ, ਸਾਗਰ ਹੋਵੇ, ਉਹਦੀਆਂ ਲਹਿਰਾਂ ਉੱਠਦੀਆਂ ਹਨ, ਫਿਰ ਸਾਗਰ ਵਿੱਚ ਮਿਲ ਜਾਂਦੀਆਂ ਹਨ, ਇੰਨਾ ਕੁ ਅੰਤਰ ਹੈ। ਸੋ ਇਹ ਇੱਕ ਜਿਹੜੀ ਦ੍ਰਿਸ਼ਟੀ ਹੈ, ਇਹ ਸਾਨੂੰ ਹਰੀ ਦੇ ਗੁਣ ਵਿਹਾਜਿਆਂ, ਹਰੀ ਦੇ ਗੁਣਾਂ ਦੀ ਵਿਚਾਰ ਕੀਤਿਆਂ, ਸੰਗਤ ਵਿੱਚ ਜੁੜਿਆ, ਸਤਿਗੁਰੂ ਦੇ ਚਰਨੀ ਲੱਗਿਆ ਹੀ ਅਸੀਂ ਪ੍ਰਾਪਤ ਕਰ ਸਕਦੇ ਹਾਂ। ਸੋ ਹਰ ਜਨ ਐਸਾ ਚਾਹੀਐ ਜੈਸਾ ਹਰ ਹੀ ਹੋਏ। ਇਸ ਤੋਂ ਪਹਿਲਾਂ ਜਿਹੜਾ ਸ਼ਲੋਕ ਆਇਆ ਸੀ, ਸਮਾਪਤੀ ਕਰਦਾ ਹਾਂ ਮੈਂ, ਇਸ ਤੋਂ ਪਹਿਲਾਂ ਜਿਹੜਾ ਸ਼ਲੋਕ ਆਇਆ ਸੀ ਉਹਦੇ ਵਿੱਚ ਭੇਖ ਦੀ ਗੱਲ ਕੀਤੀ ਗਈ। ਜਿਹੜਾ ਪਹਿਲਾ ਸ਼ਲੋਕ ਸੀ, ਕਬੀਰ ਵੈਸਨੋ ਹੁਆ ਤਾਂ ਕਿਆ ਭਇਆ। ਉਹ ਕਹਿੰਦੇ ਹਨ ਜੇ ਅਸੀਂ ਧਰਮੀ ਦਿਖ ਰਹੇ ਹਾਂ ਤੇ ਉਹੀ ਕੇਵਲ ਕਾਫੀ ਨਹੀਂ ਹੈ। ਸਾਡੇ ਅੰਦਰ ਕੀ ਚੱਲਦਾ ਹੈ, ਸਾਡੇ ਜਿਹੜਾ ਫਰੀਦ ਜੀ ਦੇ ਸ਼ਲੋਕਾਂ ਵਿੱਚ ਆਉਂਦਾ ਹੈ, ਫਰੀਦਾ ਕਾਲੇ ਮੈਡੇ ਕੱਪੜੇ, ਕਾਲਾ ਮੈਡਾ ਵੇਸ਼, ਗੁਨਹੀ ਭਰਿਆ ਮੈਂ ਫਿਰਾਂ, ਲੋਕ ਹੈ ਦਰਵੇਸ਼। ਫਰੀਦਾ ਜਿਹੜਾ ਸ਼ਬਦ ਆਉਂਦਾ ਹੈ, ਦਿਲ ਕਾਤੀ ਗੁੜਵਾਤ, ਬਾਹਰ ਦਿਸੈ ਚਾਨਣਾ, ਦਿਲ ਅੰਧਿਆਰੀ ਰਾਤ। ਇਸ ਤਰ੍ਹਾਂ ਦੀ ਅਵਸਥਾ ਜਿਹੜੀ ਹੈ ਉਹ ਨਹੀਂ ਹੋਣੀ ਚਾਹੀਦੀ। ਜਿਹੜੇ ਰੂਹਾਨੀਅਤ ਪੁਰਸ਼ ਹਨ ਉਹ ਕਥਨੀ ਤੇ ਕਰਨੀ ਦੇ ਇੱਕ ਹੁੰਦੇ ਹਨ। ਮੈਨੂੰ ਉਹ ਗੱਲ ਚੰਗੀ ਤਰ੍ਹਾਂ ਯਾਦ ਹੈ, ਇੱਕ ਦਿਨ ਜਦੋਂ ਅਸੀਂ ਸੀਸਗੰਜ ਸਾਹਿਬ ਗੁਰਦੁਆਰਾ ਸਾਹਿਬ ਦਿੱਲੀ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ, ਤੇ ਬਾਹਰ ਹੀ ਚੌਂਕ, ਚਾਂਦਨੀ ਚੌਂਕ ਜੋ ਹੈ, ਉੱਥੇ ਜਿੱਥੇ ਭਾਈ ਮਤੀ ਦਾਸ ਜੀ ਦਾ, ਜਿਹਨੂੰ ਸ਼ਹੀਦ ਕੀਤਾ ਗਿਆ ਸੀ, ਉੱਥੇ ਇੱਕ ਬੋਰਡ ਲੱਗਿਆ ਹੈ ਉਸ ਥਾਂ ਦੇ ਉੱਤੇ। ਉਹ ਬੋਰਡ ਦੇ ਉੱਤੇ ਇਤਿਹਾਸ ਲਿਖਿਆ ਹੋਇਆ ਹੈ ਵੀ ਇੱਥੇ ਦਾ ਇਤਿਹਾਸ ਕੀ ਹੈ। ਮੈਂ ਜਦੋਂ ਉਸਨੂੰ ਪੜ੍ਹਿਆ ਤੇ ਉਹਦੀਆਂ ਪੰਕਤੀਆਂ ਮੈਨੂੰ ਅੱਜ ਵੀ ਯਾਦ ਹਨ। ਉੱਥੇ ਲਿਖਿਆ ਸੀ, ਇਹ ਅਸਥਾਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਅਨਿਨ ਭਗਤ, ਕਥਨੀ ਤੇ ਕਰਨੀ ਦੇ ਪੂਰੇ ਭਾਈ ਮਤੀ ਦਾਸ ਜੀ, ਇਸ ਤਰ੍ਹਾਂ ਕਰਕੇ ਇਹਨਾਂ ਦਾ ਇਤਿਹਾਸ ਲਿਖਿਆ ਹੈ। ਜਦੋਂ ਉੱਥੇ ਉਹਨਾਂ ਨੂੰ ਮੈਂ ਪੜ੍ਹਿਆ, ਕਥਨੀ ਤੇ ਕਰਨੀ ਦੇ ਪੂਰੇ, ਉਹ ਭਗਤ ਜਿਹੜੇ ਐਸੇ ਹਨ ਜਿਹੜੇ ਗੁਰੂ ਦੀ ਸਿੱਖਿਆ ਲੈ ਕੇ ਸ਼ਬਦ ਅਨੁਸਾਰੀ ਸ਼ਬਦ ਰੂਪ ਹੋ ਜਾਂਦੇ ਹਨ ਤੇ ਆਪਣਾ ਆਪ ਤਿਆਗ ਦਿੰਦੇ ਹਨ। ਸੋ ਸਾਨੂੰ ਕਥਨੀ ਤੇ ਕਰਨੀ ਦੇ ਬਾਹਰ ਦਿਸਦਾ ਚਾਨਣਾ, ਦਿਲ ਅੰਧਿਆਰੀ ਰਾਤ, ਇਹੋ ਜਿਹੀ ਜਿਹੜੀ ਹੈ ਸੰਤਾਂ ਤੋਂ, ਇਹੋ ਜਿਹੇ ਖੌਤੀ ਜਿਹੜੇ ਸੰਤ ਹਨ, ਉਹਨਾਂ ਤੋਂ ਇਹ ਬਾਰੇ ਸੁਚੇਤ ਹੋਣਾ ਚਾਹੀਦਾ ਹੈ। ਆਣੀ ਚਾਹੁੰਦਾ ਹੈ, ਗੱਜ ਸਾਢੇ ਤੈ ਤੈ ਧੋਤੀਆਂ, ਤੇਰੇ ਪਾਇਨ ਤਗ, ਗਲੀ ਜਿਨ੍ਹਾਂ ਜਪ ਮਾਲੀਆਂ, ਲੋਟੇ ਹੱਥ ਨਿਬਗ। ਓਏ ਹਰ ਕੇ ਸੰਤ ਨਾ ਆਖੀਐ, ਬਾਨਾਰਸ ਕੇ ਠੱਗ। ਉਹ ਠੱਗ ਹਨ ਜਿਹੜੇ ਬਾਹਰ ਕੁਝ ਹੋਰ ਹਨ, ਅੰਦਰ ਕੁਝ ਹੋਰ ਹਨ। ਉਹਦੇ ਵਿੱਚ ਕਿਵੇਂ ਕਰਨਾ, ਬਹੁਤ ਸਾਰੇ ਮੇਰੇ ਵਰਗੇ ਜਿਹੜੇ ਧਾਰਮਿਕ ਜਿਹੜੇ ਹੈ, ਅੰਦਰੋਂ ਮਨ ਹੋਰ ਮੁਖ ਹੋਰ ਹੈ, ਉਹ ਅਸੀਂ ਸੁਚੇਤ ਹੋਣਾ ਹੈ ਇਸ ਵਿਚਾਰ ਬਾਰੇ। ਅਸੀਂ ਆਪਣੇ ਆਪ ਨੂੰ ਸਵੈ ਪੜਚੋਲ ਕਰਨਾ ਹੈ ਤੇ ਇਹਨਾਂ ਵਿਚਾਰਾਂ ਦਾ ਅਸੀਂ ਤੱਤ ਇਹੀ ਹੈ, ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਮੈਂ ਹੋਰ ਵੀ ਸੰਗਤ ਨੂੰ ਬੇਨਤੀ ਕਰਾਂਗਾ, ਵੀਰ ਜੀ, ਵੱਡੇ ਵੀਰ ਜੀ ਵੀ ਜੁੜੇ ਹਨ, ਹੋਰ ਅਮਰਿੰਦਰ ਸਿੰਘ ਜੀ ਵੀ ਜੁੜੇ ਹਨ, ਜੋ ਬੜੀ ਦੇਰ ਤੋਂ ਅਸੀਂ ਉਹਨਾਂ ਦੇ ਵਿਚਾਰ ਸਾਡੇ ਕੋਲ ਸਾਰੀ ਸੰਗਤਾਂ ਨਾਲ ਨਹੀਂ ਸਾਂਝੀ ਹੋਈ। ਜ਼ਰੂਰ ਆਪ ਕੋਸ਼ਿਸ਼ ਕਰੋ ਜੀ ਤਾਂ ਕਿ ਲਾਭ ਮਿਲ ਸਕੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਹੀ ਪਿਆਰੇ ਵਿਚਾਰ ਜੀ। ਤੇ ਅੰਕਲ ਨੇ ਸਾਨੂੰ ਦੱਸਿਆ ਕਿ ਜੇ ਅਸੀਂ ਬਾਹਰੋਂ, ਸਾਡਾ ਜਿਹੜਾ ਫੇਸ ਹੈ ਉਹ ਸਾਧੂ ਵਰਗਾ ਹੋਏਗਾ, ਜੇ ਅਸੀਂ ਬਾਹਰੋਂ ਰਿਲੀਜੀਅਸ ਦਿਖਾਂਗੇ, ਪਰ ਜਿਹੜਾ ਸਾਡਾ ਅੰਦਰ ਜਿਹੜਾ ਮਨ ਹੈਗਾ ਸਾਡਾ, ਉਹ ਹੀ ਜੇ ਖਰਾਬ ਹੋਏਗਾ, ਉਹੀ ਨੈਗੇਟਿਵ ਹੋਏਗਾ, ਫਿਰ ਬਾਹਰੋਂ ਵੀ ਸਾਧੂ ਵਰਗੇ ਬਣਨ ਦਾ ਕੋਈ ਫਾਇਦਾ ਨਹੀਂ ਹੈ। ਤੇ ਅੰਕਲ ਨੇ ਇਹ ਵੀ ਬੜੀ ਅੱਛੀ ਗੱਲ ਦੱਸੀ ਕਿ ਜਿਹੜੇ ਭਗਤ ਲੋਕ ਹੁੰਦੇ ਨੇ, ਜਿਹੜੇ ਭਗਤ ਹੁੰਦੇ ਨੇ, ਉਹ ਓਬਜ਼ਰਵ ਕਰਦੇ ਨੇ ਹਰ ਇੱਕ ਚੀਜ਼ ਦੇ, ਭਾਵੇਂ ਉਹ ਨੇਚਰ ਵਿੱਚੋਂ ਕੋਈ ਚੀਜ਼ ਹੈ ਜਾਂ ਫਿਰ ਕੋਈ ਵੀ ਚੀਜ਼ ਹੈ, ਉਹ ਓਬਜ਼ਰਵ ਕਰਦੇ ਨੇ ਕਿ ਗੁਣ ਨੇ। ਤੇ ਅਸੀਂ ਜਿਹੜੇ ਅਸੀਂ ਵੀ ਓਬਜ਼ਰਵ ਕਰੀਏ ਤੇ ਅਸੀਂ ਵੀ ਆਪਣੇ ਅੰਦਰ ਸਿਰਫ ਗੁਣ ਲੈ ਕੇ ਆਈਏ, ਔਗੁਣ ਤੋਂ ਦੂਰ ਹੀ ਰਹੀਏ। ਤੇ ਆਈ ਰਿਕਵੈਸਟ ਜੀ, ਸਾਰੇ ਆਪਣੇ ਵਿਚਾਰ ਸ਼ੇਅਰ ਕਰੋ ਜੀ ਸਾਡੇ ਨਾਲ। ਤੇ ਅਸੀਂ ਜੇ
हाँ जी, हैंड रेज है जी। ਵਾਹਿਗੁਰੂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਫਤਿਹ। ਬਹੁਤ ਬਹੁਤ ਆਨੰਦ ਬਣਿਆ ਹੈ, ਬਹੁਤ ਹੀ ਬਖਸ਼ਿਸ਼, ਬੜੀ ਪਿਆਰੀ ਵਿਚਾਰ ਹੋਈ ਹੈ। ਔਰ ਗੁਰਪੁਰਬ ਦੀ ਸਾਰਿਆਂ ਨੂੰ ਵਧਾਈ ਦਿੰਦੇ ਮੇਰਾ ਮਨ ਕਰ ਰਿਹਾ ਵੀ ਆਪਾਂ ਸਾਰੇ ਹੋਮਵਰਕ ਲਈਏ ਜੀ। ਮੇਰੀ ਡਿਊਟੀ ਹੋਮਵਰਕ ਦੇਣ ਦੀ ਹੈ ਜੀ, ਪਰ ਮੈਨੂੰ ਅੱਛਾ ਲੱਗ ਰਿਹਾ ਵੀ ਆਪਾਂ ਹੁਣ ਗੁਰੂ ਗ੍ਰੰਥ ਸਾਹਿਬ ਦਾ ਅੱਜ ਪਹਿਲਾ ਪ੍ਰਕਾਸ਼ ਪੁਰਬ ਅਸੀਂ ਮਨਾ ਰਹੇ ਹਾਂ। ਪਿਛਲੇ ਕੁਝ ਸਾਲਾਂ ਪਹਿਲਾਂ ਅਸੀਂ ਉਪਰਾਲਾ ਕੀਤਾ ਸੀ, ਪਰ ਉਹਨੂੰ ਹਾਲੇ ਤੱਕ ਪੂਰਾ ਨਹੀਂ ਕਰ ਪਾਏ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 31 ਰਾਗ ਨੇ, ਕਿਉਂ ਨਾ ਹਰ ਰਾਗ ਵਿੱਚੋਂ ਇੱਕ ਇੱਕ ਸ਼ਬਦ ਅਸੀਂ ਸਾਰੇ ਜਣੇ ਕੰਠ ਕਰੀਏ। ਅੱਜ ਤੋਂ 31 ਦਿਨਾਂ ਬਾਅਦ ਸਾਨੂੰ 31 ਸ਼ਬਦ ਕੰਠ ਹੋਣ 31 ਰਾਗਾਂ ਦੇ। ਕਿਉਂ ਜੀ, ਠੀਕ ਹੈ ਜੀ ਕਿ ਔਖਾ ਹੈ? ਕੋਸ਼ਿਸ਼ ਕਰੀਏ ਜੀ ਸਾਰੇ। 31 ਦਿਨ ਬਾਅਦ ਲਗਭਗ 20 ਸਤੰਬਰ ਪਏਗਾ, ਤੇ ਮੈਂ ਵੀ ਸ਼ੁਰੂ ਕਰ ਦੇਣਾ ਜੀ, ਆਪ ਸਾਰੇ ਵੀ ਆਪਾਂ ਸ਼ੁਰੂ ਕਰ ਦਈਏ ਤਾਂ ਕਿ ਅਸੀਂ ਆਪਣੇ ਗੁਰੂ ਦੇ ਦਰਸ਼ਨ ਤਾਂ ਕਰ ਸਕੀਏ ਨਾ। ਇੰਨਾ ਮਹਾਨ ਗਿਆਨ ਦਾ ਸਾਗਰ ਹੈ, ਜੋ ਕੁਝ ਸੋਚੀਏ ਸਭ ਕੁਝ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ। ਥੋੜੇ ਦਿਨ ਪਹਿਲਾਂ ਬਹੁਤ ਸਾਰੇ ਬੱਚਿਆਂ ਨੇ ਕੰਪਲੇਂਟ ਕੀਤੀ, ਅੰਕਲ ਮੇਰੀ ਵੀਕਨੈਸ ਹੈ ਕਿ ਮੈਂ ਓਵਰ ਥਿੰਕਿੰਗ ਕਰਦੀ ਹਾਂ, ਓਵਰ ਥਿੰਕਿੰਗ, ਹਰ ਵੇਲੇ ਸੋਚੀ ਜਾਣਾ। ਤੇ ਮੇਰੇ ਅੰਦਰ ਕਈ ਦਿਨਾਂ ਦੀ ਇਹ ਓਵਰ ਥਿੰਕਿੰਗ ਬਾਰੇ ਗੱਲ ਚੱਲ ਰਹੀ ਸੀ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਓਵਰ ਥਿੰਕਿੰਗ ਬਾਰੇ ਕੁਝ ਹੈ। ਤੇ ਹੁਣੇ ਵੀਰ ਜੀ ਨੇ ਜਿਹੜਾ ਸ਼ਬਦ ਪੜਿਆ, ਪਰਵਿੰਦਰ ਜੀ ਨੇ, ਉਹਦੇ ਚ ਆਂਦਾ ਹੈ, ਕਿਆ ਸੋਚਿਆ ਬਾਰੰਬਾਰਾ। ਦੁਨੀਆ ਦੀ ਕੋਈ ਐਸੀ ਗੱਲ ਨਹੀਂ ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਸ਼ਾਰੇ ਜਾਂ ਬੀਜ ਰੂਪ ਵਿੱਚ ਮੌਜੂਦ ਨਾ ਹੋਵੇ। ਆਓ ਪ੍ਰਣ ਕਰੀਏ ਇਸ ਗੁਰਪੁਰਬ ਤੇ ਕਿ ਅਸੀਂ ਆਪਣੇ ਗੁਰੂ ਦੇ ਦਰਸ਼ਨ ਕਰਨੇ ਨੇ, ਤੇ ਦਰਸ਼ਨ ਦਾ ਮਤਲਬ ਅਸੀਂ ਗੁਰੂ ਦੀ ਬਾਣੀ ਦੀ ਵਿਚਾਰ ਕਰਨੀ ਹੈ। ਤੇ ਪਹਿਲੀ ਸਟੇਜ ਹੋਏਗੀ ਅਸੀਂ ਉਹਨੂੰ ਪੜ੍ਹੀਏ ਤੇ ਕੰਠ ਕਰੀਏ। ਸੋ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਆਓ 31 ਰਾਗਾਂ ਵਿੱਚੋਂ 31 ਸ਼ਬਦ ਅਸੀਂ ਸਾਰੇ ਕੰਠ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਅੰਕਲ ਨੇ ਸਾਨੂੰ ਸਾਰਿਆਂ ਨੂੰ ਹੋਮਵਰਕ ਦਿੱਤਾ ਹੈ ਜੀ ਕਿ ਅਸੀਂ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ 31 ਰਾਗ ਹੈਗੇ ਨੇ, ਅਸੀਂ ਹਰ ਰਾਗ ਵਿੱਚੋਂ ਕੋਈ ਨਾ ਕੋਈ ਇੱਕ ਸ਼ਬਦ ਅਸੀਂ ਜਿਹੜਾ ਲਰਨ ਕਰਨਾ ਹੈਗਾ, ਤੇ ਲਰਨ ਕਰਨ ਤੋਂ ਬਾਅਦ ਅਸੀਂ ਉਸਨੂੰ ਵਿਚਾਰਨਾ ਵੀ ਹੈਗਾ। ਅਸੀਂ ਆਪਣੀ ਫੈਮਿਲੀ, ਆਪਣੇ ਫਰੈਂਡਸ ਨਾਲ ਉਸ ਸ਼ਬਦ ਦੀ ਵਿਚਾਰ ਵੀ ਕਰਨੀ ਹੈ। ਤੇ ਥੈਂਕ ਯੂ ਅੰਕਲ ਤੁਹਾਡਾ ਬਹੁਤ ਬਹੁਤ ਇਹ ਹੋਮਵਰਕ ਦੇਣ ਲਈ। ਤੇ ਜੇ ਕਿਸੇ ਹੋਰ ਨੇ ਵਿਚਾਰ ਸ਼ੇਅਰ ਕਰਨੀ ਹੈ ਤੇ ਪਲੀਜ਼ ਸਾਡੇ ਨਾਲ ਕਰਨ ਜੀ, ਹੈਂਡ ਰੇਜ਼ ਕਰਕੇ। ਹਾਂਜੀ, ਫਿਰ ਅਸੀਂ ਸਮਾਪਤੀ ਕਰਦੇ ਹਾਂ ਜੀ ਸ਼ਲੋਕ ਪੜ੍ਹ ਕੇ। 145 ਸ਼ਲੋਕ ਕਰ ਦਿਓ ਜੀ ਕਵੀ ਸਹਿਜਵੀਰ ਜੀ। ਹਾਂਜੀ, ਥੈਂਕ ਯੂ ਜੀ। ਕਬੀਰ ਬੈਸਨੋ ਹੁਆ ਤਾਂ ਕਿਆ ਪਿਆ, ਮਾਲਾ ਮੇਲੀ ਚਾਰ, ਬਾਹਰ ਕੰਚਨ ਬਾਰਹਾ, ਭੀਤਰ ਭਰੀ ਬੰਗਾਰ। ਕਬੀਰ ਵੈਸਨੋ ਹੁਆ ਤਾਂ ਕਿਆ ਪਿਆ, ਮਾਲਾ ਮੇਲੀ ਚਾਰ, ਬਾਹਰ ਕੰਚਨ ਬਾਰਹਾ, ਭੀਤਰ ਭਰੀ ਭੰਗਾਰ। ਕਬੀਰ रोड़ा होए रहो बाट का, तज मन का अभिमान, ऐसा कोई दास होए, ताहे मिले भगवान। कबीर रोड़ा होए रहो बाट का, तज मन का अभिमान, ऐसा कोई दास होए, ताहे मिले भगवान। कबीर
रोड़ा हुआ ता क्या पया, पंथी को दुख दे, ऐसा तेरा दास है, जो तरनी में थे। कबीर रोड़ा हुआ ता क्या पया, पंथी को दुख दे, ऐसा तेरा दास है, जो तरनी में थे। कबीर खे हुई ता क्या पया, जो उड़ लागे अंग, हर जन ऐसा चाहिए, जो पानी सरबंग। कबीर खे हुई तो क्या पया, जो उड़ लागे अंग, हर जन ऐसा चाहिए, जो पानी सरबंग। कबीर पानी हुआ ता क्या पया, सीरा ताता हुए, हर जन ऐसा चाहिए, जैसा हर ही हुए। कबीर पानी हुआ ता क्या पया, सीरा ताता हुए, हर जन ऐसा चाहिए, जैसा हर ही होए। वाहिगुरु जी का खालसा, वाहिगुरु जी की फतेह जी।